जी सलाम वालेकुम। वालेकुम सलाम। आगा जानी कैसे हो? जी भाई साहब बिल्कुल खैर खैरियत दुआवां ने। किधर गायब हो गए थे? मैं ढूंढ रहा हूँ कब से आपको। भाई साहब माशाल्लाह तो ਤੁਹਾਡੀ ਤਲੀਮ ਉਦੋਂ ਵੀ ਜ਼ਿਆਦਾ ਸੀ। ਮਾਸ਼ਾਅੱਲਾ ਰੰਗ ਲੱਗੇ ਨੇ ਅੱਲਾਹ ਪਾਕ ਨੇ ਲਾਏ ਨੇ। कैसे हैं? ਅੱਛਾ ठीक ਜੀ ठाक है। ਅਸੀਂ ਕਲਾਸ ਜੀ ਬਿਲਕੁਲ ਅਸੀਂ ਕਲਾਸ ਫੈਲੋ ਹਾਂ ਤੇ ਇੱਕ ਗਾਉਂਦੇ ਆ ਇੱਕ ਜਗ੍ਹਾ ਦੇ ਹਾਈ ਸਕੂਲ ਤੱਕ ਇੱਕ ਜਗ੍ਹਾ ਦੇ ਲੇਕਿਨ ਤੁਸੀਂ ਮਾਸ਼ਾਅੱਲਾ ਪ੍ਰਾਇਮਰੀ ਵੀ ਲਾਇਕ ਸੀ ਹਾਈ ਵੀ ਲਾਇਕ ਸੀ। वो ਮਾਸ਼ਾਅੱਲਾ ਹੁਣ ਵੀ ਤੁਸੀਂ ਲਾਇਕ ਹੋ। अल्लाह अकबर। चलो मैंने तुसी ना ਹਾਂਜੀ पहले हुण तुसी मैनू वापस लेके जाओ। पूरा मैनू याद नहीं आ रहा ते थोड़ा ਅੱਛਾ मैनू पूरा सफर कराओ जरा। तुसी पहले है कितने ਸਰ तुसी मैनू? ਮੈਂ ਇਸ ਟਾਈਮ ਦੁਬਈ ਆ ਤੇ ਮੇਰੇ ਕੋ ਸ਼ਹਜ਼ਾਦ ਵਗੈਰਾ ਸਨੀ ਵਗੈਰਾ ਜਾਂ ਪਿੰਡ ਦੇ ਲੜਕੇ ਜਾਂ ਰਾਜਾ ਤੁਹਾਡਾ ਕਲਾਸ ਫੈਲੋ ਰਾਜਾ ਤੇ ਰਾਜਾ ਹੋ ਗਿਆ ए सारा मामला शुरू किया ने अपना शहजाद ने। तो मैं ਸ਼ਹਜ਼ਾਦ ਨੇ। उनका बड़ा शुक्रगुजार हाँ। वो अपना छोटा भाई है, मतलब आंदा है तो मुलाकात एक दफा हुई है फिलहाल। ते ਜੀ ਜੀ अपना एक दफा मुलाकात नहीं हो पाई सी, मजबूरी कुछ हुई, मैं कुछ सफर कर गया, वो इतने आ गए तो बड़ा मसला हो गया। फिर उन्हें पूरा ਜੀ सफर कराया मैं गाँव का सारा। तो मजा आया मैं पूरी ना, कहते ना पूरी फिल्म चल ਭਾਈ गई। ਸਾਹਿਬ ਮੈਂ ਤੁਹਾਨੂੰ ਤੁਸੀਂ ਜਿੱਥੇ ਟਿਊਸ਼ਨ ਪੜ੍ਹਦੇ ਸੀ ਨਾ ਜਿੱਦਾਂ ਤੁਹਾਡੀ ਟਿਊਸ਼ਨ ਸੀ ਉਹਦੇ ਨਾਲ ਸਾਡਾ ਮੱਝਾਂ ਵਾਲਾ ਸਾਡਾ ਘਰ ਸੀ। बिल्कुल सही। ਅਦਰੀਸ ਦੇ ਕੋਲ ਜਿਹੜਾ ਵਾਪੜਾ ਹੀ ਲੱਗੇ ਸਨ। हाँ जी, हाँ जी, हाँ जी। चाचा ਉਹਦੇ दरीस। ਘਰ ਦੇ ਅਗਲੇ ਪਾਸੇ ਮੇਰੇ ਅੱਬੂ ਦਾ ਨਾਂ ਸੀ ਫਰਜ਼ੰਦ। ਅਸੀਂ ਮੱਝਾਂ ਸ਼ੁਰੂ ਤੋਂ ਰੱਖੀਆਂ ਡੰਗਰ ਡੁੰਗਰ ਰੱਖਣੇ ਤਾਂ ਤੇ ਅਸੀਂ ਪੜ੍ਹੇ ਨਹੀਂ। ਮਾਸ਼ਾਅੱਲਾ ਤੁਸੀਂ ਲਾਇਕ ਸੀ ਭਾਈ ਉਦੋਂ ਵੀ। जजाकल्ला। तुसी मैनू अपना ਹੁਣ नाम ਵੈਸੇ पूरा दसो, पूरा अपना नाम दसो मैनू। ਮੇਰਾ ਨਾਂ ਹੈ ਗੁਲਾਮ ਮੁਸਤਫਾ ਆਗਾ। ਆਗਾ ਤੇ ਬਸ ਐਵੇਂ ਬਸ ਧੱਕੇ ਨਾ ਪੈ ਗਿਆ ਦੁਕਾਨ ਬਣਾਈ ਤੇ ਦੁਕਾਨ ਤੇ ਲਹਾਇਆ ਲੁਹਾਇਆ ਤੇ ਬਸ ਐਵੇਂ गुलाम मुस्तफा। तुसी ਗੁਲਾਮ मुस्तफा। मैनू ना थोड़ा मैं अपना थोड़ा काफी चीज़ां याद नहीं, काफी चीज़ां नहीं याद रहिंदियां ਜੀ हैगियां। ਜੀ तुसी कह रहे हो जो चाचे इदरीस दा घर सी, उनदी ਤੇ ਉਹਦੇ पिछे ਸਾਹਮਣੇ छोटी ਅੱਲਾਹ गली दे, ਜੀ उनदी ਜੀ छोटी गली दी ਉਥੋਂ बैक साइड ते बाग वाली साइड ते तुहाडा घर दा मुंह ਜੀ सी। ਬਾਗ ਵਾਲੀ ਸਾਈਡ ਤੇ ਬਿਲਕੁਲ ਸਾਡਾ ਬਾਗ ਵਾਲੇ ਪਾਸੇ ਬੂਆ ਸੀ। देख लो मैनू याद आना शुरू हो गया। मैं हुण ना उन्हें पिछे छोटी गली पिछे गली पूरी बाग दी कंध दे नाल बाहर जांदी सी। ਜੀ उधर ਜੀ की नाम ਜੀ लईदा, ਜੀ ਜੀ ਸਾਡਾ ਉਹ अमीन। ਘਰ ਸੀ। हाँ बिल्कुल। वो पीछे बैक साइड फिर साढ़े घर दी जेह्ड़ी बैक साइड लगदी सी, फिर वो साइड ते अमीन वगैरह उन्हां दे घर हैगे सी। ਹਾਂਜੀ ਹਾਜੀ ਮੀਨ वगैरह हाजी ਦੇ अमीन, ਸਾਰੇ हाजी ਸਨ। अमीन, हाँ जी, हाँ जी। देखो ਹਾਂਜੀ मैं समझना ਤੇ मेरी मेमोरी ਉਹ बड़ी कमजोर है। ਅੱਛਾ लेकिन ਹਾਂਜੀ ਹੁਣ ਤੁਹਾਨੂੰ ਆਪਣੇ ਸਰ ਦੇ ਨਾਂ ਦੱਸਣੇ ਜੀ। ਇੱਕ ਮਾਸਟਰ ਸਰਦਾਰ ਸੀ ਨਾਸਰਾਬਾਦ ਤੋਂ ਸੌਰੀ ਮੁਹੰਮਦਪੁਰਿਓਂ साढ़े ਕ੍ਰਿਸਚਨ। वो हेड मास्टर सन वो, मतलब ਹਾਂਜੀ हाँ ਇਲਾਕੇ ਦੇ ਹੈਗੇ ਸਨ ਮਾਸਟਰ ਨਜ਼ਾਰ बिल्कुल। ਮੋਟੇ ਜੇ। जी, 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 ਇੱਕ बिल्कुल, बिल्कुल। ਮਾਸਟਰ ਰਾਣਾ ਸੀ ਜਿੰਦੀ ਅੱਖ ਖਰਾਬ ਸੀ। वो उन्होंने मैनू डस्टर मारा सी एक दो बार सिर ते, मक्ख ते, मुंह ते। ਹਾਂਜੀ ਉਹ ਨਹੀਂ ਜ਼ਿਆਦਾ ਇੰਜ ਮਾਰਦੇ ਸੀ ਉਹ ਨਾ ਬੰਦੇ ਦਾ ਸਿਰ ਜਿਹੜਾ ਨਾ ਉਹ ਲੈ ਕੇ ਨਾ ਗੋਡਿਆਂ ਤੇ ਉੱਤੋਂ ਮੁੱਕੇ ਮਾਰਦੇ ਸੀ ਘਸੁੰਨ। अल्लाहु ਅੰਜੋ अकबर। ਭਾਈ ਪਰ ਅੰਜੋ ਭਾਈ ਪਰਸਨਲ ਕਿਤੇ ਕਾਲ ਕਰੋ ਨਾ ਫਿਰ ਮਜ਼ਾ ਆਏਗਾ। ਇਸ ਤਰ੍ਹਾਂ ਪਤਾ ਨਹੀਂ ਕੋਈ ਅੱਛਾ ਸਮਝਦੇ ਕਿ ਨਹੀਂ ਲੋਕੀ। मैं ना तुहानू वैसे फॉलो बैक कर रहा ते मैं करना ਜੀ जरूर। तुसीं मैनू अपना नंबर शेयर करना, फिर इंशाल्लाह गपशप ਮੈਂ लावांगे ਤੁਹਾਨੂੰ ਕਰਨਾ ਹਾਂਜੀ। ਇੱਕ इंशाल्लाह। ਸਾਡਾ ਇੱਕ ਤੁਹਾਨੂੰ ਹੋਰ ਛੋਟਾ ਜਿਹਾ ਸਾਨ ਇੱਕ ਸਾਡਾ ਕਲਾਸ ਫੈਲੋ ਕਹਿੰਦਾ ਸੀ ਇਲਾਕੇ ਅਲੀ ਰਜ਼ਾਬਾਦ ਜਦੋਂ ਜਾਂਦੇ ਸਾਂ ਤਾਂ ਉੱਥੇ ਸਾਡਾ ਇੱਕ ਕਲਾਸ ਫੈਲੋ ਸੀ। ਉਹਦਾ ਨਾਂ ਸੀ ਨੌਕਰਬਾਜ਼। ਉਹਨੂੰ ਬਾਰ-ਬਾਰ ਪੁੱਛਦੇ ਕੀ ਨਾਂ ਹੈ ਤੇਰਾ ਆਂਦਾ ਨੌਕਰਬਾਜ਼। हाँ, नौकर अब्बास, बिल्कुल नाम याद आ गया है। बिल्कुल, बिल्कुल। नौकर अब्बास। ਤੇ ਸਾਡਾ ਫੇਵਰਟ ਹੈਗਾ ਸੀ ਸਰ ਸੀ ਹਾਂ ਉਵੇਂ ਤੇ ਮੱਲੀ ਸਾਹਿਬ ਹੀ ਹੈਗੇ ਸਨ। ਮੱਲੀ ਸਾਹਿਬ ਹੀ ਸਨ। मली साहब ते मतलब हेडमास्टर सन ना, या ਹੈਡ ਮਾਸਟਰ ते ਜ਼ੈਦ ओ ਸਾਹਿਬ ਸੀ। ਸਾਡੇ ਜ਼ੈਦ ਸਾਹਿਬ ਹੀ ਸਨ। साढ़े जैद साहब भी रह चुके ने। वो उर्दू दे हैगे सन, क्योंकि उत्थे ते ਉਹ ਉੱਥੇ ਦੇ ਸਨ, ਅਲੀ ਰਜ਼ਾਬਾਦ ਦੇ ਸਨ। ਅਲੀ ਰਜ਼ਾਬਾਦ ਦੇ ਉਹਨਾਂ ਦਾ ਛੋਟਾ ਭਾਈ ਸਾਡੇ ਨਾਲ ਪੜ੍ਹਦਾ ਵੀ ਸੀ। ਹਾਂਜੀ ਨਾਮ ਬਿਲਕੁਲ ਪੜਦਾ ਬੜਾ ਉਹਨੂੰ ਕੁੱਟਦੇ ਸਾਡੇ ਨਾਲ ਜ਼ਿਆਦਾ ਉਹਨੂੰ ਕੁੱਟਦੇ ਸਨ। ਮੇਰੇ ਸਾਡੇ ਟੀਚਰ ਹੈਗੇ ਸਨ ਜ਼ਾਹਿਦ ਸਾਹਿਬ, ਵੱਡੇ ਵਾਲਾਂ ਵਾਲੇ ਥੋੜੇ ਜਿਹੇ, ਥੋੜੇ ਜੀ ਜੀ ਮੋਟਰਸਾਈਕਲ ਤੇ ਆਉਂਦੇ ਸੀ, ਸ਼ਹਿਰੋਂ ਮੋਟਰਸਾਈਕਲ ਤੇ ਆਉਂਦੇ ਸਨ। ਤੇ ਉਹ ਉਹ ਇੰਗਲਿਸ਼ ਦੇ ਸਾਡੇ ਟੀਚਰ ਫੇਵਰਟ ਸਨ। ਸਨ। ਉਹ ਇੰਗਲਿਸ਼ ਦੇ ਸਾਡੇ ਟੀਚਰ ਸਨ। ਫੇਵਰਟ ਸਨ। ਹਾਂਜੀ, ਇੰਗਲਿਸ਼ ਦੇ ਟੀਚਰ ਸਨ ਉਹ। ਅਰਸ਼ਦ ਬਿਲकुल। ਸਾਹਿਬ ਅਰਸ਼ਦ ਹਾਂਜੀ, ਸਾਹਿਬ ਹਾਂਜੀ, ਹਾਂਜੀ, ਹਾਂਜੀ। सॉरी, सॉरी, जाहिद साहब कह रहे अरशद साहब। बिल्कुल, बिल्कुल अरशद ਅਰਸ਼ਦ ਸਾਹਿਬ साहब। जी, जी, जी। ਉਹ ਹੈਲਮਟ ਤੋਂ ਥੱਲੇ ਪਹਿਲੇ ਕੱਪੜਾ ਵਾਲਦੇ ਸੀ ਸਾਫਾ ਤੇ ਵੀ ਮੰਮੀ ਡੈਡੀ ਸਨ।
ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਅੱਛਾ ਅੱਛਾ, ਉਹ ਤੁਸੀਂ ਕੀ ਯਾਦ ਕਰਾ ਦਿੱਤਾ। ਖੂਬਸੂਰਤ ਸਨ, ਜਵਾਨ ਸਨ। ਹਾਂਜੀ ਹਾਂਜੀ, ਮਾਸ਼ਾਅੱਲਾ, ਬਿਲਕੁਲ। ਮੋਟਰਸਾਈਕਲ ਵੀ ਬੜੇ ਫਿੱਟ ਰੱਖਦੇ ਸਨ। ਬਾਕੀ ਤਾਂ ਚਲੋ ਹਾਂਜੀ, ਠੀਕ ਹੈ, ਐਵੇਂ ਆ ਗਏ ਸਾਡੇ ਪਤਾ ਨਾਲ ਨਹੀਂ। ਇੱਕ ਹੈਗਾ ਸੀ ਨੰਬਰਦਾਰਾਂ ਦਾ, ਜਿਨ੍ਹਾਂ ਦਾ ਉਹ ਛੱਤ ਦੇ ਕੁੱਤਾ ਵੱਜਾ ਹੁੰਦਾ ਸੀ। ਹਾਂ ਸਾਡਾ ਹਾਂ ਹਾਂ ਕਲਾਸ ਹਾਂ। ਵਾਲੇ ਸਾਬੂ ਸਾਬੂ ਜਿਹਨੂੰ ਆਉਂਦੇ ਸਨ, ਇਕਬਾਲ ਹਾਂਜੀ ਉਹਦਾ ਨਾਂ ਹਾਂਜੀ, ਸੀ। ਜੀ 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 ਜੀ। ਇੱਕ ਸੈਕਿੰਡ, ਮੈਂ ਇਹਨਾਂ ਤੋਂ ਪਹਿਲੇ ਜਰਾ। ਹਾਂਜੀ, ਜੀ ਜੀ ਇੱਕ ਜੀ। ਇਕਬਾਲ ਨਾਂ ਸੀ ਲੜਕੇ ਦਾ, ਇਕਬਾਲ ਨੰਬਰਦਾਰਾਂ ਇੱਕ, ਦਾ ਸੀ। ਇਹ ਨੰਬਰਦਾਰ ਨਾ ਇਕਬਾਲ, ਤੇ ਉਹਦਾ ਛੋਟਾ ਇੱਕ ਭਾਈ ਉਹ ਰਿਆਸੂ ਸੀ, ਨਾਜ਼ਮ। ਇੱਕ ਇਕਬਾਲ ਸੀ। ਨਾਜ਼ਮ, ਇੱਕ ਨਾਜ਼ਮ ਸੀ। ਹਾਂ, ਨਾਜ਼ਮ ਛੋਟਾ ਸੀ, ਇਕਬਾਲ ਵੱਡਾ ਸੀ। ਸਾਡੇ ਨਾਲ ਹਾਂ ਇਕਬਾਲ ਪੜਦਾ ਸੀ। ਹਾਂਜੀ, ਇਕਬਾਲ ਨਾਲ ਦੋਸਤੀ ਸੀ, ਗੱਪਸ਼ਪ ਸੀ, ਫਿਰ ਨਾਜ਼ਮ ਨਾਲ ਵੀ ਦੋਸਤੀ। ਇਹ ਨਾ, ਇਹ ਤੇ ਉਹਦੇ ਐਸਪੀਡੀ ਜਾਂ ਦੁਕਾਨ ਦੇ ਨਾਲ ਇਹਨਾਂ ਦਾ ਸ਼ਬਾਜ਼ ਘਰ ਹੈਗਾ। ਮੁੰਡਾ ਸੀ ਮਲਵਾਣਿਆਂ ਦਾ, ਸ਼ਬਾਜ਼ ਸ਼ਿਵਾ, ਮੁੰਡਾ ਸੀ ਮਲਵਾਣਿਆਂ ਦਾ। ਹਾਂ ਉਹਦੇ ਨਾਲ ਮੇਰੀ ਅੱਛੀ ਦੋਸਤੀ ਸੀ, ਤੇ ਮੈਨੂੰ ਬਲਕਿ ਤੇ ਜਾਂ ਸ਼ਹਿਜ਼ਾਦ ਨੇ ਰਾਜਾ ਦੱਸਿਆ ਸੀ ਸੀ, ਵੀ। ਸ਼ਹਿਜ਼ਾਦ ਨੇ ਰਾਜਾ ਦੱਸਿਆ ਸੀ। ਸੀ ਵੀ ਮੈਨੂੰ। ਹਾਂਜੀ, ਰਾਜਾ ਕੌਣ ਸੀ? ਰਾਜਾ ਕਸਾਈਆਂ ਦਾ, ਤੁਹਾਡੇ ਨਾਲ ਜ਼ਿਆਦਾ ਉਹ ਵੀ ਬੈਠਦਾ ਸੀ, ਬੁਚੜਾਂ ਦਾ। ਹਾਂ, ਮੈਂ ਸਮਝ ਗਿਆ, ਸਮਝ ਗਿਆ। ਰਾਜਾ ਉਹਨਾਂ ਦਾ ਉਹ ਲੜਕੇ, ਬਿਲਕੁਲ 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 ਅਰਸ਼ਾਦ ਦਾ ਬੇਟਾ ਸੀ ਕਿ ਕਿੰਦਾ ਸੀ। ਬਿਲकुल बिल्कुल बिल्कुल। क्या ਤੁਹਾਡੇ ਨਾਲ बात ਜ਼ਿਆਦਾ है ਉਹ ਬੈਠਦਾ ਸੀ। सर जी, क्या बात है, क्या बात है। ਇਹ ਰਾਜਾ ਆਇਆ ਸੀ ਵਿਜ਼ਿਟ ਦੇ, ਤੇ ਇੱਥੇ ਮੇਰੇ ਕੋਲ ਰਿਹਾ ਰਾਤ। ਮੇਰੇ ਕੋਲ ਸ਼ਦਾਦ ਆਉਂਦਾ, ਸਨੀ ਆਵੇਗਾ, ਇਹ 10-10 15-15 ਲੜਕੇ ਇੱਥੇ ਆ ਕੇ ਤੇ ਮੇਰੇ ਕੋਲ ਰਾਤ ਰਹਿੰਦੇ ਨੇ। अच्छा अच्छा, ਤੁਹਾਡੀ ਕੀ ਮਸਰੂਫੀਅਤ ਹੈ ਤੇ ਕੀ ਕਰ ਰਹੇ ਹੋ ਅੱਜ ਕੱਲ? ਮੈਂ ਜੀ ਅਲ ਗੁਰੇਰ ਦੇ ਵਿੱਚ ਗਾਰਡਨ ਦਾ ਵੀਜ਼ਾ ਹੈ, ਠੀਕ ਹੋ ਗਿਆ। ਤੇ ਅਲਗੁਰੇਰ ਨਾਲ ਮॉल, ਆਪਣਾ। ਅਲਗੁਰੇਰ ਮॉल। ਨਹੀਂ 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 ਨਹੀਂ, ਮਾਲ ਚ ਨਹੀਂ ਜੀ, ਇਹ ਹੱਤਾ ਰੋਡ ਤੇ ਹੈਗਾ, ਗਾਰਡਨ ਹੈ, ਗਾਰਡਨ ਦੇ अच्छा ਵਿੱਚ ਆ। अच्छा ਤੇ अच्छा अच्छा। ਨਾਲ ਪਾਰਟ ਟਾਈਮ ਸਿਲਾਈ ਦਾ ਕਰਨਾ, ਤਕਰੀਬਨ 1800 ਤੇ ਕੋਈ 20-22 ਰੁਪਏ ਇਸ ਤਰ੍ਹਾਂ ਹੈਗੀ ਸੈਲਰੀ ਏ। ਤੂੰ 500 ਦਾ ਐਕਸਟਰਾ ਕੰਮ ਕਰ ਲਈਦਾ, ਤੇ ਬਸ ਇਹ ਜਿਹੜੀ ਹੈਗੀ ਹੈ ਮਸਰੂਫੀਅਤ ਆਪਣੀ। चलो अल्हम्दुलिल्लाह अल्हम्दुलिल्लाह। ਹਾਂਜੀ, लेकिन ਸ਼ੁਕਰ लाजम आलहमद। मुलाकात कर, लेकिन लाजम मुलाकात करने कितनी देर तो हो गए थे? ਮੈਨੂੰ ਜਨਾਬ ਇੱਥੇ ਤਕਰੀਬਨ 14 ਸਾਲ ਹੋ ਗਏ ਨੇ। 14 साल, माशाल्लाह, मैंने भी 20 साल हो गए। ਮੈਂ ਨਾ क्या बात ਈਦ ਤੇ ਜਿੰਨੀਆਂ ਈਦਾਂ ਦੇ ਵੀ ਸਰਕਾਰ, ਮੈਂ ਜਿੰਨੀਆਂ ਈਦਾਂ ਦੇ ਵੀ ਇੱਥੇ ਸਾਡੀ ਫੈਮਿਲੀ ਰੀਮਾਬਾਦੋਂ, ਉਹ ਮਾਸ਼ਾਅੱਲਾ ਦਾ ਅੱਲਾਹ ਪਾਕ ਨੇ ਬਹੁਤ ਹੱਥ ਫੜਿਆ। ਉਹ ਸ਼ਰਾਫਤ ਤੁਸੀਂ ਹਰੇ ਜਾਣਦੇ ਹੋਗੇ, ਸਾਡੇ ਨਾਲ ਨਹੀਂ ਪੜਦਾ, ਸਾਡੇ ਤੋਂ ਪਿੱਛੇ ਸੀ ਮੇਰਾ ਹਾਲ ਹੈ। ਉਹਦੀ ਫੈਮਿਲੀ, ਬੀਵੀ ਵੀ ਇੱਥੇ, ਤੇ ਮਾਸ਼ਾਅੱਲਾ 3 ਬੱਚੇ ਨੇ, ਤੁਹਾਡੇ ਤਰ੍ਹਾਂ ਪੂਰੀ ਫੈਮਿਲੀ ਇੱਥੇ ਲੈ ਕੇ ਬੈਠਾ ਹੈ। है, माशाल्लाह ਤੇ माशाल्लाह। ਉਹਨੇ ਗੱਡੀਆਂ ਰੱਖੀਆਂ, 4-5 ਗੱਡੀਆਂ ਨੇ ਉਹਦੇ ਕੋਲ, ਤੇ ਕਲੀਨਰ ਨਾਲ ਲੜਕੀਆਂ ਨੇ, ਕੋਈ ਇੰਡੀਆ ਦੀਆਂ, ਕੋਈ ਕਿਤੋਂ ਦੀਆਂ, ਕੋਈ ਫਿਲੀਪੀਨ ਦੀਆਂ, ਅੱਗੇ ਚਾਈਨਾ ਚੂਨਾ ਦੀਆਂ, मेड ਤੇ सर्विस ਡਿਲੀਵਰੀ। बनाई, ਹਾਂਜੀ, ਕਲੀਨਿੰਗ ਸਰਵਿਸ। क्लीनिंग का, घर होम क्लीनिंग हो, मेड ਹਾਂਜੀ मेड मेड ਬਿਲਕੁਲ। सर्विस। ਹਾਂਜੀ, ਤੇ ਉਹ मेड। ਮੈਨੇਜਰ ਦਾ ਵੀਜ਼ਾ ਹੁੰਦਾ, ਮੈਨੇਜਰ ਦਾ ਵੀਜ਼ਾ ਹੈ, ਤੇ ਬੀਵੀ ਹੁੰਦੀ ਲੱਗੀ ਹਸਪੀਟਲ ਦੇ ਵਿੱਚ ਹੈ। हम्म। ਤੇ बिल्कुल सही। ਉਹਨਾਂ ਈਦ ਉਦ ਕਰਦੇ, ਤੇ ਮੈਂ ਨਾ ਬੜਾ ਫਖਰ ਨਾਲ ਆਖਿਆ, ਮੈਂ ਜੀ ਅਮਜਦ ਭਾਈ ਜਿਹੜੇ ਨੇ ਸਾਡੇ ਪਿੰਡ ਦੇ। ਨਹੀਂ ਨਹੀਂ ਨਹੀਂ, ਤੁਹਾਡੇ ਪਿੰਡ। ਮੈਂ ਨਹੀਂ, ਇਹ ਸਾਡੇ ਪਿੰਡ ਦੇ ਨੇ। अच्छा ਉਹ अच्छा। ਫਿਰ ਮੈਂ ਸ਼ਹਜ਼ਾਦ ਦੀ ਵੀਡੀਓ ਕੱਢ, ਤਸਵੀਰ ਕੱਢ ਗਵਾਈ, ਮੈਂ ਕਿਹਾ ਤੇ ਸਾਡੇ ਪਿੰਡ ਦਾ। ਆਂਦੇ ਹਾਂ, ਇਹ ਤੇ ਤੁਹਾਡੇ ਪਿੰਡ ਦਾ ਹੈ ਨਾ ਸ਼ਹਜ਼ਾਦ, ਇਹਨੂੰ ਤੇ ਅਸੀਂ ਜਾਣਦੇ। ਮੈਂ ਕਿਹਾ ਉਹਨੇ ਲਿਖ ਕੇ, ਅਮਜਦ ਨੇ ਖੁਦ ਲਿਖਿਆ। ਫਿਰ ਪੜਿਆ ਵਾਕਈ ਇਹ ਤੇ। बस ਮੈਂ ਉੱਥੇ ਫਿਰ ਨਾ ਸ਼ਕਲਾਂ ਚੇਂਜ ਹੋ ਗਈਆਂ ਨਾ ਸਾਰੀਆਂ, ਪਤਾ ਨਹੀਂ ਚੱਲਦਾ। ਜੀ ਜੀ ਇਹ ਜੀ ਜੀ। ਅਸਲ 'ਚ ਇਹ ਸ਼ਹਿਜ਼ਾਦ ਨੂੰ ਹੀ ਸਿਹਰਾ ਲੱਗਦਾ ਹੈ, ਇਹਨੇ ਸਾਰਾ ਮਾਮਲਾ ਖੋਲਿਆ ਸਾਰਾ। ਨਹੀਂ ਨਹੀਂ, ਬੰਦਾ ਨਾ। ਸ਼ਹਜ਼ਾਦ ਨੇ ਮੈਨੂੰ ਨਾ ਤੁਹਾਡੀ ਤਸਵੀਰਾਂ ਤੇ ਅੱਗੇ ਕਾਫੀ ਦੇਰ ਪਹਿਲੇ ਵੀ ਦਿਖਾਈਆਂ ਸੀ। ਮੇਰੇ ਕੋਲ ਤਕਰੀਬਨ 10-12 ਸਾਲ ਹੋ ਗਿਆ ਸ਼ਹਜ਼ਾਦ ਮੇਰੇ ਕੋਲ ਆਉਂਦਾ ਹੈ। ਅੱਛਾ, ਓਕੇ ਓਕੇ ਓਕੇ। ਹਾਂਜੀ, ਮੇਰੇ ਕੋਲ ਆਉਂਦਾ, ਤੇ ਜਦੋਂ ਵੀ ਆਉਂਦਾ ਮੇਰੇ ਕੋਲ ਇੱਥੇ 2-2 ਦਿਨ ਰਹਿ ਕੇ ਜਾਂਦਾ। ਬਿਲਕੁਲ ਠੀਕ ਹੋ ਗਿਆ, ਬਿਲਕੁਲ ਠੀਕ ਹੋ ਗਿਆ। ਵੈਰੀ ਗੁੱਡ। ਹੁਣ ਵੀ ਆਇਆ, ਤੇ ਉਹ ਮੁੰਡਾ ਹੋਣੀ ਦਾ ਬੇਟਾ ਹੈ ਨਾ, ਸਨੀ ਸ਼ਹਜ਼ਾਦ, ਤੇ ਇਸ ਤਰ੍ਹਾਂ ਕਰਕੇ 1-2 ਇਹਦੇ ਹੋਰ ਜਾਣਨ ਵਾਲੇ ਨੇ। ਉਹ ਤੇ ਇੱਕ ਇਹਨਾਂ ਦੀ ਪੁੱਠੀ ਹੈਗੀ ਸ਼ਹਜ਼ਾਦ ਦੀ ਪਪਲੀ, ਉਹਦਾ ਬੇਟਾ। ਇਸ ਤਰ੍ਹਾਂ ਕਰਕੇ 7-8 ਲੜਕੇ ਇੱਥੇ ਮੇਰੇ ਕੋਲ ਫੇਰ ਆਏ ਸਨ, ਆਇਆ ਹੁਣ ਜਦੋਂ ਵੈਰੀ ਸ਼ਹਜ਼ਾਦ ਗੁੱਡ, ਆਇਆ ਸੀ। ਵੈਰੀ ਗੁੱਡ। ਵੈਰੀ ਸ਼ਹਿਜ਼ਾਦ की हमारी मुलाकात में वो डिस्कशन तो नहीं हुई कि कितने कितने, शायद मैंने नहीं आइडिया होगा इस चीज का, लेकिन वो अक्सर वो खुल के डिस्कस करते होंगे ने कि ਜੀ ਜੀ। किन्ने ਤੁਹਾਡੇ कैसे ਘਰ ਦੇ समझ रहे हैं। ਤੁਹਾਡੇ ਬਿਲਕੁਲ ਬਾਜ਼ਾਰ ਦੇ ਸਾਹਮਣੇ, ਬਾਜ਼ਾਰ ਦੇ ਬਿਲਕੁਲ ਬਾਹਰ ਨਿਕਲੋ ਤੇ ਮਿੱਟੀ ਦਾ ਘਰ ਸੀ, हाँ जी, ਮਲਾ ਦਾ। सही 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 सही। हाँ जी हाँ जी हाँ जी हाँ जी, बिल्कुल वो गली के बिल्कुल सामने राइट साइड से ਹਾਂ, निक्की दुकान सी ते ਨਿੱਕੇ ਦੀ ਦੁਕਾਨ ਤੇ ਉਹ ਕੀ ਆਂਦਾ, ਜਿਹੜਾ ਗਾਲਾਂ ਬੜੀਆਂ ਕੱਢਦੇ ਸਨ। बस सर जी, इस तरह ही वक्त ਅਗਰ किसी नहीं लंघा ਅਗਰ गया ਤੁਸੀਂ सीगा। ਅਮਜਦ ਭਾਈ ਅਗਰ ਤੁਸੀਂ ਹੱਸਣਾ ਹੈ ਨਾ, ਤੇ ਆਪਣੇ ਹੈਗਾ ਸੀ ਇੱਥੋਂ ਦਾ ਮੁਹੰਮਦ ਅਲੀ, ਜਿਹੜਾ ਫਿਲਮ ਦਾ ਵਿੱਚ ਆਇਆ, ਫਿਲਮਾਂ ਦੇ ਵਿੱਚ ਵੀ हाँ ਆਉਂਦਾ। जी, चाचा मोहम्मद अली हाँ जी।
ਹਾਂਜੀ ਉਹਨੇ ਇੱਕ ਕਿਸੇ ਨੂੰ ਇੰਟਰਵਿਊ ਦਿੱਤਾ ਸੀ ਆਪਣਾ, ਉਹਨੇ ਕਿਸੇ ਨੂੰ ਇੰਟਰਵਿਊ ਦਿੱਤਾ ਸੀ ਆਪਣਾ, ਤੇ ਉਹ ਇੰਟਰਵਿਊ ਦੇ ਵਿੱਚ ਨਾ ਤੇ ਉਹਨੇ ਉਹ ਬਸ਼ੀਰੇ ਦਾ ਨਾਂ ਲਿਆ ਤੇ ਤੁਸੀਂ ਜ਼ਿਆਦਾ ਹੱਸੋ। ਠੀਕ ਹੋ ਗਿਆ। ਨਹੀਂ ਉਹਨਾਂ ਨਾਲ ਤਾਂ ਇੱਕ ਤਾਲੁਕ ਹੋ ਗਿਆ ਸੀ, ਉਹ ਵਾਲੇ ਸਾਹਿਬ ਦੇ ਨਾਲ ਉਹਨਾਂ ਦਾ ਤਾਲੁਕ ਹੋ ਗਿਆ ਸੀ ਕੰਮ ਸ਼ਮ ਦਾ ਵੀ। ਜੀ ਫਿਰ ਜੀ ਅਸੀਂ ਉਹਨਾਂ ਨੂੰ ਚਾਚਾ ਮੁਹੰਮਦ ਅਲੀ ਕਹਿੰਦੇ ਸਾਂ, ਤੇ ਉਹਨਾਂ ਨੂੰ ਕਹਿੰਦੇ ਜੀ ਫਿਲਮ ਜੀ 'ਚ ਕੰਮ ਕਰਦੇ ਨੇ, ਤੇ ਅਸੀਂ ਉਹ ਫਿਲਮ ਵੇਖਦੇ ਸੀ ਨਾ, ਤੁਹਾਨੂੰ ਸੀ ਮੇਰੀ ਆਹ ਫਿਲਮ 'ਚ ਕੰਮ ਕੀਤਾ ਹੈ। ਤੇ ਫਿਲਮ ਹਾਂਜੀ 'ਚ ਉਹ ਜ਼ਾਰੀ ਕਰਦੇ ਵਿਲਨ ਕੰਮ ਕਰਦੇ ਸੀ, ਤੇ ਵਿਲਨ 'ਚ ਨਾ ਉਹ ਕਿੰਨੀ ਦਫਾ ਮਾਰਦੇ ਸੀ, ਕਈ ਦਫਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਮੈਂ ਕਿਹਾ ਇੱਕ ਹੀ ਫਿਲਮ 'ਚ ਕਈ ਦਫਾ ਇੱਕ ਵਿਲਨ ਨੂੰ ਮਾਰੀ ਜਾਂਦੇ ਨੇ, ਤੇ ਉਹੀ ਨੋਟ ਕਰਨਾ ਹੁੰਦੇ ਸੀ, ਤੇ ਬੜਾ ਮਜ਼ਾ ਆਉਂਦਾ ਸੀ। ਲੇਕਿਨ ਆਪਣੇ ਅਮਜਦ ਭਾਈ ਇੱਕ ਆਪਣਾ ਸਮਾਰਟ ਟ੍ਰਾਂਸਫਰ ਬੰਦੇ ਹੋ ਰਿਹਾ ਸਨ। ਸੀ ਸ਼ਬਾਜ਼, ਜੀ ਇੱਕ ਸ਼ਬਾਜ਼ ਸੀ ਕ੍ਰਿਸਟਨ, ਉਹਦਾ ਅੱਬੂ ਪੁਲਿਸ ਵਾਲਾ ਸੀ। ਓਕੇ ਕ੍ਰਿਸਚਨ, ਹਾਂਜੀ ਹਾਂਜੀ ਹਾਂਜੀ। ਉਹ ਇਹ ਤੇ ਲੱਸੀ ਦੋ ਤਿੰਨ ਬੰਦੇ ਸਾਡੇ ਨਾਲ ਹੀ ਹਾਂਜੀ ਪੜ੍ਹਦੇ ਲੱਸੀ ਸਾਈ, ਬਿਲਕੁਲ ਲੱਸੀ ਸਾਈ ਸੀ ਇੱਕ, ਤੇ ਇੱਕ ਤਾਲਬ ਸੀ ਇੱਕ। ਸਨ। ਇੱਕ ਤਾਲਬ ਸੀ, ਬਿਲਕੁਲ ਬਿਲਕੁਲ ਤਾਲਬ ਸੀ। ਹਾਂਜੀ ਤੇ ਇੱਕ ਜਿਹੜਾ ਇਹ ਤਾਲਬ ਜਿਹੜਾ ਸੀ ਲੜਕਾ ਸੀ ਨਾ, ਪਹਿਲਾਂ ਤੁਸੀਂ ਕੀ ਨਾਂ ਲਿਆ ਹੈ? ਸ਼ਬਾਜ਼। ਸ਼ਬਾਜ਼। ਉਹ ਸੁਬਾ ਦੇਖੋ, ਸ਼ਬਾਜ਼ ਕ੍ਰਿਸਚਨ ਹੋਣ ਦੇ ਬਾਵਜੂਦ ਸੁਬਾ ਤਲਾਵਤ ਵੀ ਕਰਦਾ ਸੀ, ਉਹ ਲੀਡਰ ਸੀ, ਉਹ ਯਾਦ ਹੈ? ਨਹੀਂ ਜੀ ਉਹ ਇਹ ਨਹੀਂ ਸੀ, ਉਹ ਤਾਲਬ ਸੀ, ਉਹ ਤਾਲਬ ਕਰਦਾ ਸੀ। ਅੱਛਾ ਅੱਛਾ ਸ਼ਬਾਜ਼ ਅੱਛਾ, ਨਹੀਂ ਮੈਂ ਸੀ ਕਰਦਾ, ਤਾਲਬ ਕਰਦਾ ਸੀ। ਹਾਂਜੀ। ਤੇ ਉਹ ਦੇਖੋ ਇਹ ਪੂਰਾ ਮਤਲਬ ਮੇਨ ਕਹਿੰਦੇ ਨਾ ਮੋਨੀਟਰ ਜਿਹੜਾ ਹੁੰਦਾ ਸੀ, ਤੂੰ ਅੱਛਾ ਹਾਂਜੀ ਹਾਂਜੀ। ਮਤਲਬ, ਤੇ ਉਹ ਮੇਨ ਨਹੀਂ ਪੁਆਇੰਟ ਵੈਸੇ ਜਿਹੜਾ ਹੁੰਦਾ। ਪੜ੍ਹਾਈ ਤਲੀਮ ਵੱਲੋਂ ਤੁਸੀਂ ਹੈਗੇ ਸੀ ਮਨੀਟਰ, ਲੇਕਿਨ ਬੱਚੇ ਨਾ ਡਰਨ ਵੱਖਰੀ ਗੱਲ ਏ, ਤੇ ਲੇਕਿਨ ਮਨੀਟਰ ਹੈਗੇ ਸੀ ਤੁਸੀਂ। ਤਲੀਮ ਮਾਸ਼ਾਅੱਲਾ ਤੁਹਾਡੀ ਉਦੋਂ ਵੀ ਸਹੀ ਸੀ। ਬਸ ਐਵੇਂ ਅੱਲਾਹ ਤਾਲਾ ਨੇ ਵਕਤ ਅੱਛਾ ਨਹੀਂ ਚਲਾਉਣ ਦਾ ਨਹੀਂ ਲਾ ਦਿੱਤਾ। ਸਰਕਾਰ ਬਾਈ ਸਾਹਿਬ ਤੁਹਾਡਾ, ਅਸੀਂ ਡੰਗਰ ਬਾਹਰ ਬੰਨ ਕੇ ਫੇਰ ਉਹਨਾਂ ਬੰਨ ਕੇ ਫੇਰ ਸਕੂਲੇ, ਤੇ ਉਹਨਾਂ ਵਿਚਾਰੀਆਂ ਨੂੰ ਦਵਦਾ ਘੁੱਟ ਕਟਾ ਕੇ ਜਾ ਕੇ ਬੰਨਣਾ, ਤੇ ਤੁਸੀਂ ਸਕੂਲੇ ਟਾਈਮ ਨਾਲ ਪਹੁੰਚ ਜਾਣਾ, ਅਸੀਂ ਆ ਕੇ ਵੀ ਪੱਠੇ ਲਿਆਣੇ ਕੀ ਕੀ ਕੁਛ ਕਰਨਾ। ਨਹੀਂ ਇਹ ਗੱਲ ਤਾਂ ਨਹੀਂ ਵੈਸੇ ਹੈ, ਮਾਸ਼ਾਅੱਲਾ ਮੈਂ ਤਲੀਮ, ਜ਼ਿੰਦਗੀ 'ਚ ਨਾ ਮੈਂ ਮਾਸਟਰਸ ਕੰਪਿਊਟਰ ਸਾਇੰਸ ਵਿੱਚ ਕੀਤਾ, ਤੇ ਪਤਾ ਮੈਂ ਨਹੀਂ ਉੱਤੇ ਕਦੀ ਸੁਣ ਰਹੇ ਨੇ 100 150 ਅੱਛਾ ਸਮਝਣਗੇ ਨਾ। ਨਹੀਂ ਨਹੀਂ ਸਮਝਦੇ ਲੋਕੀ, ਸਮਝਦੇ ਲੋਕ ਬੜੀ ਪਿਆਰ ਅੱਛਾ ਕਰਦੇ ਨੇ, ਬੜੇ ਮੁਹੱਬਤ ਕਰਦੇ ਨੇ। ਅੱਛਾ। ਤੇ ਮੈਂ ਨਹੀਂ ਮੈਨੂੰ ਉਹ ਨਹੀਂ ਯਾਦ ਕਿ ਮੈਂ ਕਦੀ ਛੁੱਟੀ ਕੀਤੀ ਹੋਵੇ ਆਪਣੀ, ਜੀ ਜੀ ਸ਼ੁਰੂ ਤੋਂ ਲੈ ਕੇ ਤੇ ਆਖਰ ਤੱਕ ਮੈਨੂੰ ਨਹੀਂ ਯਾਦ ਕਦੀ ਛੁੱਟੀ ਕੀਤੀ ਹੋਵੇ, ਕਿਉਂਕਿ ਸਾਨੂੰ ਹਿੰਮਤ ਨਹੀਂ ਸੀ, ਘਰ ਵਾਲਿਆਂ ਨੇ ਕਦੀ ਕਰਨ ਨਹੀਂ ਦਿੱਤੀ ਸੀ, ਤੇ ਉਹ ਐਸੀ ਆਦਤ ਜੀ ਪਈ। ਜੀ ਫਿਰ ਕਾਲਜ 'ਚ ਵੀ ਯੂਨੀਵਰਸਿਟੀ 'ਚ ਵੀ ਉਸ ਤਰ੍ਹਾਂ ਚੱਲਿਆ ਫਿਰ। ਅਮਜਦ ਭਾਈ ਅਸੀਂ ਤੇ ਛੁੱਟੀ ਆਏ ਦਿਨ ਕਰਦੇ ਸਾਂ, ਰਾਤ ਨੂੰ ਟਰਾਲੀ ਲੁਹਾਉਣ ਜਾਣਾ ਤੇ ਦਿਨ ਨੂੰ ਸਹੀ, ਸੁੱਤਿਆਂ ਰਹਿਣਾ। ਬਿਲਕੁਲ ਸਹੀ, ਬਿਲਕੁਲ ਸਹੀ। ਅੱਛਾ ਇੱਕ ਤੁਹਾਨੂੰ ਸਟੋਰੀ ਸੁਣਾਵਾਂ ਮਜ਼ੇਦਾਰ, ਇਸ ਤੋਂ ਜ਼ਿਆਦਾ ਹਾਂਜੀ ਤੁਸੀਂ ਹੱਸੋਗੇ। ਜੀ ਸਾਡੀ ਜੀ ਟਰਾਲੀ ਹੋ ਗਈ ਬੰਨ ਦੇ ਖਰਾਬ, ਹਾਂਜੀ ਬੰਨ ਦੇ ਟਰਾਲੀ ਖਰਾਬ ਹੋ ਗਈ, ਤੇ ਤੁਸੀਂ ਆਪਣੇ ਨਾਨਕੇ ਜਾਂਦੇ ਸੀ, ਤੇ ਮੈਂ ਆਪਣੀ ਖਾਲਾ ਕੋ ਜਾਂਦਾ ਸਾਂ। ਸਹੀ ਤੁਸੀਂ ਅਚਾਨਕ ਦੱਸਿਆ ਕਿ ਇੱਥੇ ਮੇਰੀ ਨਾ ਨਾਨਕੇ ਰਹਿੰਦੇ ਨੇ। ਉਹ ਮੈਨੂੰ ਸਹੀ। ਥੋੜਾ ਜਿਹਾ ਪਤਾ ਸੀ ਕਿ ਤੁਹਾਡੇ ਮਾਮੂ ਦੀ ਦੁਕਾਨ ਹੈ ਪਰਚੂਨ ਦੀ। ਹਾਂਜੀ 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 ਹਾਂਜੀ, ਉਹ ਤੇ ਹਾਲੇ ਵੀ ਹੈ। ਸਾਡੀ ਹੋ ਗਈ ਜੀ, ਸਾਡੀ ਹੋ ਗਈ ਟਰਾਲੀ ਖਰਾਬ। ਉਹ ਸਾਨੂੰ ਅਸੀਂ ਆਖੇ ਚਾਹ ਪਿਆਓ, ਰੋਟੀ ਖਿਲਾਓ ਖਾਣਾ, ਉਹ ਆਖੇ ਚਾਹ ਪੀਓ। ਉਸ ਸਾਰੇ ਨਸ਼ਈ ਬੰਦੇ ਜਿਹੜੇ ਸਾਡੇ ਚਾਚੇ ਚੂਚੇ ਸਨ, ਓਕੇ। ਉਹ ਆਖਿਆ ਚਾਹ ਪੀਓ। ਉਥੇ ਹੋਟਲ ਨੇੜੇ ਨੇੜੇ ਕੋਈ ਨਹੀਂ ਸੀ। ਮੈਂ ਆਖਿਆ ਯਾਰ ਤੁਸੀਂ ਖਾਣਾ ਖੋ, ਖਾਣਾ ਤੁਹਾਨੂੰ ਕਿਤੇ ਖਵਾਈ, ਚਾਹ ਪੀਵੋ। ਉਹ ਬਿਲਕੁਲ ਉੱਥੇ ਨਾ ਬੰਨੇ ਦੇ ਉੱਤੇ ਹੋਟਲ ਸਨ ਦੋ ਤਿੰਨ ਚਾਹਾਂ ਵਾਲੇ, ਹਾਂਜੀ ਹਾਂਜੀ ਹਾਂਜੀ। ਬੰਨ ਦੇ ਉੱਤੇ ਜਿਹਦੇ ਟਰਾਲੀ ਖਰਾਬ ਹੋਈ। ਮੈਂ ਕਿਹਾ ਯਾਰ ਇੱਥੇ ਤੇ ਬੰਦੇ ਅਮਜਦ ਨਾਲ ਦੇ ਭਾਈ ਕੋਲ। ਦੇ, ਅਮਜਦ ਭਾਈ ਦੇ ਇੱਥੇ ਮਾਮੂ ਦਾ ਘਰ ਏ, ਤੇ ਮੈਂ ਲੱਭਦਾ ਲੱਭਦਾ ਜਾਵਾਂ ਨਾ। ਉਹ ਮੈਂ ਇੱਕ ਦੋ ਵਾਰਾਂ ਪੁੱਛਿਆ, ਮੈਂ ਹੀ ਇੱਥੇ ਇਸ ਤਰ੍ਹਾਂ ਕੋਈ ਪਰਚੂਨ ਦੀ ਦੁਕਾਨ ਹੈ। ਉਦੋਂ ਰਾਤ ਨੂੰ ਤਕਰੀਬਨ 10 11 ਦਾ ਟਾਈਮ ਹੋ ਗਿਆ, ਸਹੀ। ਤੇ ਉਹ ਦੁਕਾਨ ਇੱਕ ਸਾਡੀ ਬੰਦ ਨਹੀਂ ਸੀ ਹੋਈ। ਤੇ ਮੈਂ ਕਿਹਾ ਜੀ ਮੈਂ ਕੱਚੀ ਕੁੱਠੀ ਆਇਆ, ਅੱਲਾ ਖੈਰ ਕਰੇ। ਉਹ ਬੜਾ ਪਰੇਸ਼ਾਨ ਹੋ ਗਏ ਕਿ ਅੱਧੀ ਰਾਤ ਨੂੰ ਆਇਆ ਤੇ ਕਿਸ ਕੰਮ ਆਇਆ। ਮੈਂ ਹੀ ਸਾਡੀ ਟਰਾਲੀ ਖਰਾਬ ਹੋ ਗਈ ਤੇ ਖੈਰ ਹੋਵੇ ਖਾਣਾ ਸਹੀ। ਕੋਈ ਨਹੀਂ। ਹਾਂਜੀ ਖੈਰ ਹੋਵੇ ਸਹੀ। ਉਹਨਾਂ ਫਿਰ ਮੈਨੂੰ ਉੱਥੇ ਬਿਠਾਇਆ ਦੁਕਾਨ 'ਚ, ਉਹਨਾਂ ਨਾਲੇ ਉਹ ਚਾਰ ਨਾਲੇ ਘਰੋਂ ਖਾਣਾ ਮੰਗਵਾਇਆ। ਉੱਥੇ ਛੋਟਾ ਜਿਹਾ ਦਰਵਾਜ਼ਾ ਹੈਗਾ ਸੀ ਦੁਕਾਨ ਦੇ ਅੰਦਰ ਹੀ, ਦੁਕਾਨ ਦੇ ਅੰਦਰ ਹੀ ਪਿੱਛੇ ਘਰ ਨੂੰ ਜਾਣ ਵਾਲਾ। ਉਹਨੇ ਹੀ ਦੋ ਤਿੰਨ ਰੋਟੀਆਂ ਤੇ ਸਾਲਨ ਸੁਲਨ ਲਿਆਓ। ਉਹ ਮੈਂ ਖਾਣਾ ਖਾਦਾ। ਉੱਥੇ ਜਾ ਕੇ ਮੈਂ ਖਾਇਆ, ਤੁਸੀਂ ਖਾਓ ਭਾਵੇਂ ਨਾ ਖਾਓ। ਉਹ ਸਾਰੀ ਰਾਤ ਉਹਨਾਂ ਬਾਕੀ ਸਾਰੇ ਭੁੱਖੇ ਰਹੇ। ਉਹ ਮਿੰਟ ਬਾਅਦ ਆਖਣ ਚਾਹ ਪੀਓ ਚਾਹ ਪੀਓ। ਕੀ ਬਾਤ ਹੈ, ਇਹ ਚੀਜ਼ ਮੈਨੂੰ ਜੋ ਭਾਈ ਸਟੋਰੀ ਫਸਟ ਟਾਈਮ ਦੱਸਿਆ, ਤਾਂ ਮੈਨੂੰ ਪਹਿਲੇ ਤੋਂ ਪਤਾ ਚੱਲਿਆ था। क्या बात है, कैसे समझे भाई। जबरदस्त, यकीन करो मजा आ गया। ਅੱਛਾ ਇੱਕ ਹੋਰ ਤੁਹਾਨੂੰ ਸਟੋਰੀ ਸੁਣਾਣਾ ਸਕੂਲ ਦੀ। ਇੱਕ ਲੜਕਾ ਹੁੰਦਾ ਸੀ ਸਕੂਲ ਦੀ, ਇੱਕ ਤੁਹਾਨੂੰ ਹਾਈ ਸਕੂਲ ਦੀ ਸਟੋਰੀ ਸੁਣਾਣਾ। ਇੱਕ ਲੜਕਾ ਹੀ ਸਾਡੇ ਚ ਬਹੁਤ ਸ਼ੈਤਾਨ, ਬਹੁਤ ਸ਼ੈਤਾਨ ਕਰ ਲੋ ਜਿਵੇਂ ਵੀ ਕਰ ਲੋ ਸਮਝ ਲਓ। ਤੇ ਉਹ ਮਸਲ ਭੁੜਕਦਾ ਹੀ ਰਹਿੰਦਾ ਸੀ। ਉਹ ਸਕੂਲ ਜਿਵੇਂ ਮਾਸਟਰ ਆਇਆ ਉਹਨੇ ਬਾਹਰ ਨਿਕਲ ਗਿਆ, ਬਾਹਰੋਂ ਆਇਆ ਤਾਂ ਅੰਦਰ ਘਟੀਂਦਾ ਸੀ ਜ਼ਿਆਦਾ। ਨਾਂ ਦਾ ਨਹੀਂ ਪਤਾ, ਇਲਾਕੇ ਦਾ ਸੀ। ਉਹਨੇ ਮਾਰੀ, ਉਦੋਂ ਸਾਡੇ ਹੁੰਦੀ ਸੀ ਪੈਨ ਭਰਨ ਵਾਲੀ ਸ਼ਾਹੀ ਹੁੰਦੀ ਸੀ ਇੱਕ,
ਪੁੜੀ ਹੁੰਦੀ ਸੀ ਇਹਦੀ ਪੁੜੀ, ਉਹਨੇ ਹਾਂਜੀ ਹਾਂਜੀ ਛੱਤ ਨਾਲ ਮਾਰੀ ਤੇ ਪੂਰੀ ਛੱਤ ਜਿਹੜੀ ਸੀ ਨਾ ਰੰਗੋ ਰੰਗ ਹੋ ਗਈ। ਉਹ ਉਹ ਉਸ ਦਿਨ ਉਹਦਾ ਆਖਰੀ ਦਿਨ ਸੀ, ਉਹ ਡਰਦਾ ਨੱਸਿਆ, ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਉਹਦਾ ਇੱਕ ਕਜ਼ਨ ਹੈਗਾ ਸੀ ਆਸਫ, ਆਸਫ ਅੱਛਾ ਲੜਕਾ ਸੀ, ਸਹੀ 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 ਸਹੀ। ਤੇ ਉਹ ਜਿਹੜਾ ਸੀ ਉਹ ਜਵੇਦ ਮੇਰਾ ਨਾਂ ਸੀ ਕਿ ਕੀ ਸੀ ਨਾ, ਉਹ ਆਖਰੀ ਦਿਨ ਸੀ ਉਹ ਲੜਕੇ ਦਾ। ਬਿਲਕੁਲ ਸਹੀ। ਇੰਜ਼ਮਾਮ ਹਸਨ ਮੀਤ, ਬਿਲਕੁਲ ਸਹੀ ਹੈ। ਮੈਨੂੰ ਇੱਕ ਚੀਜ਼ ਹੋਰ ਯਾਦ ਕਰਾਤਾ, ਦੋ ਲੜਕੇ ਹੋਰ ਸਨ ਜਿਹੜੇ ਮੇਰੀ ਕਲਾਸ 'ਚ ਸਨ, ਜਿਹਨਾਂ ਸਾਡਾ ਆਪਸ 'ਚ ਨਾ ਮੁਕਾਬਲਾ ਹੁੰਦਾ ਸੀ। ਮੈਨੂੰ ਤੁਸੀਂ ਬੜੀ ਫਿਲਮ ਚਲਾ ਕੇ ਨਾ ਦਿਖਾਤੀ, ਮੈਨੂੰ ਨਾ ਇਸ ਤਰ੍ਹਾਂ ਪੂਰਾ ਫਲੈਸ਼ਬੈਕ 'ਚ ਚਲਾ ਗਿਆ ਮੈਂ। ਇੱਕ ਜੀ ਜੀ ਲੜਕੇ, ਦੋ ਅਸੀਂ ਤਿੰਨੋਂ ਨਾ ਛੋਟੇ ਕੱਦ ਹੋਣੇ ਸਾਂ, ਤਿੰਨੋਂ ਹੀ ਅਸੀਂ, ਜਿਸ ਤੋਂ ਮੈਨੂੰ ਯਾਦ ਆ ਰਿਹਾ। ਇੱਕ ਮੈਂ ਸਾਂ, ਇੱਕ ਲੜਕਾ ਸੀ ਉੱਥੇ ਮੈਡੀਕਲ ਸਟੋਰ, ਉਸ ਉਹਦੇ ਵਾਲਿਦ ਦਾ ਮੈਡੀਕਲ ਸਟੋਰ ਸੀ ਉੱਥੇ ਜੀ ਆਪਣਾ ਜੀ 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 ਪਸ਼ੂ ਦੇ। ਬਿਲਕੁਲ ਬਿਲਕੁਲ ਬਿਲਕੁਲ। ਮੈਂ ਉਹ ਵੀ ਲਾਇਕ ਸੀ, ਲਾਇਕ ਹਾਂਜੀ ਲੜਕਾ ਸੀ। ਹਾਂਜੀ, ਉਹਦੇ ਨਾਲ ਮੇਰਾ ਕੰਪੀਟੀਸ਼ਨ ਟੀਚਰ ਕਰਵਾਉਂਦੇ ਹੁੰਦੇ ਸੀ, ਸਾਡਾ ਹੈ ਸੀ ਮਤਲਬ ਅੱਛੀ ਸੀ। ਤੇ ਇੱਕ ਲੜਕਾ ਹੋਰ ਸੀ, ਜ਼ੈਦੀ ਕੁਛ ਇਸ ਤਰ੍ਹਾਂ ਕਰਕੇ, ਮੈਨੂੰ ਯਾਦ ਨਹੀਂ ਆ ਰਿਹਾ। ਤੇ ਹਮ, ਇਹ ਤਿੰਨ ਲੜਕਿਆਂ ਦਾ ਸਾਡੇ ਨਾ ਕਲਾਸ ਸਾਡਾ ਮੁਕਾਬਲਾ ਚੱਲਦਾ ਹੁੰਦਾ ਸੀ। ਮੈਂ ਆਪਣੇ ਆਪ ਨੂੰ ਯਕੀਨ ਕਰੋ ਬਰਾਬਰ ਹੀ ਸਮਝਦਾ ਰਿਹਾ ਹਮੇਸ਼ਾ। ਹੁਣ ਤੁਸੀਂ ਯਾਦ ਕਰਿਆ ਨਹੀਂ ਤਾਂ ਮੈਨੂੰ ਮਾਸ਼ਾਅੱਲਾ ਯਾਦ ਹੈ। ਤੁਸੀਂ ਲਾਇਕ ਸੀ। ਤੇ ਆਪਣਾ ਜਦੋਂ ਇੱਕ ਦਫਾ ਅਸ਼ਰ ਸਾਹਿਬ ਨੇ ਆਪਣਾ ਇੰਗਲਿਸ਼ ਸਿਖਾਤੀ ਨਾ ਥੋੜੀ ਜੀ, ਟੈਂਸ ਨਹੀਂ ਮੈਨੂੰ ਜੀ ਆਉਂਦੇ ਸਨ। ਤੇ ਕਿਉਂਕਿ ਫਸਟ ਟਾਈਮ ਸ਼ੁਰੂ ਕੀਤੀ ਸੀ, ਛठी ਕਲਾਸ 'ਚ ਸੀ ਇੰਗਲਿਸ਼, ਤੇ ਸਾਰੇ ਉਹ ਸਵਾਲੀਆ ਫਿਕਰੇ ਬਣਾਉਣੇ ਨਹੀਂ ਆਉਂਦੇ ਸਨ। ਤੇ ਫਿਰ 7ਵੀਂ ਜਾ ਕੇ ਥੋੜੀ ਸਮਝ ਆਈ ਕਿ ਸਾਲ ਤਾਂ ਪੂਰਾ ਬਸ ਮੈਂ ਵਟ ਲਗਾ ਕੇ ਸਾਰਾ ਕੰਮ ਕੀਤਾ। ਤੇ ਮਾਰ ਵੀ ਪੈਂਦੀ ਹੁੰਦੀ ਸੀ, ਤੇ ਲੇਕਿਨ ਕਿਆ ਕੋ ਨਾ ਕਾਫੀ ਐਜੂਕੇਟ ਕਰਤਾ, ਇੰਨਾ ਕਰਤਾ ਕਿ ਚੀਜ਼ਾਂ ਸਮਝ ਆਣੀ ਸ਼ੁਰੂ ਹੋ ਗਈ। ਕਿਉਂਕਿ ਜੀ ਇੱਥੇ ਹੁਣ ਬੱਚੇ ਪੜ੍ਹਦੇ ਨੇ ਆਪਣਾ ਆਪਣਾ ਨਰਸਰੀ ਤੋਂ ਸ਼ੁਰੂ ਕਰਦੇ ਨੇ, ਕਿੰਗ ਜੀ ਸਾਇੰਸ ਬਿਲਕੁਲ ਸਮਝ ਲਾ ਇੰਗਲਿਸ਼। ਦੋ। ਤੇ ਉੱਥੇ ਅਸੀਂ 6 ਵਜੇ ਤੋਂ ਛठी ਕਲਾਸ ਸ਼ੁਰੂ ਕਰਨੀ, ਤੇ ਅਸੀਂ ਪੜ੍ਹਨੇ ਵੀ ਕਿਸ ਤਰ੍ਹਾਂ ਦਾ, ਈਬੀਸੀ, ਏਬੀਸੀ ਨਹੀਂ ਪੜ੍ਹਨੇ ਸਾਂ, ਈਬੀਸੀ ਪੜ੍ਹਨੇ ਸਾਂ। ਹਾਂਜੀ तो ਉਹ ਬੜਾ ਮਜ਼ਾ ਆ ਗਿਆ ਅਮਜਦ ਮੈਨੂੰ। ਭਾਈ, ਪਹਿਲੇ ਵੱਡੀ ਸਿੱਖੀ ਤੋਂ 6ਵੀਂ ਮਸਾਂ 6ਵੀਂ ਦੇ ਵਿੱਚ ਵੱਡੀ ਸਿੱਖੀ, ਉਹ ਜਦੋਂ ਵੱਡੀ ਸਿੱਖੀ ਦੇ ਨਾਲ ਉਹਨਾਂ ਛੋਟੀ ਵੀ ਲੈ ਆਂਦੀ, ਉਹ ਛੋਟੀ ਇਹ ਮੁੱਕੀ ਨਾ, ਤੇ ਫਿਰ ਮੈਂ ਤੇ 8ਵੀਂ ਨੱਸ ਗਿਆ ਸੀ, 7ਵੀਂ ਨੱਸ ਗਿਆ ਸੀ। ਮੈਂ ਜਾ ਕੇ ਫਿਰ ਦਰਜੀਆਂ ਦਾ ਕੰਮ ਸਿੱਖਿਆ ਯਤੀਮਖਾਨਿਓਂ। ਮੈਂ ਫਿਰ ਯਤੀਮਖਾਨੇ ਜਾਂਦਾ ਰਿਹਾ ਦਰਜੀਆਂ ਦਾ ਕੰਮ ਸਿੱਖਣ। ਉਹ ਕਮਾਲ ਨਹੀਂ ਹੋ ਗਈ। ਅਮਜਦ ਭਾਈ ਮੈਂ ਫਿਰ 7ਵੀਂ ਛੱਡ ਦੇ, ਤੁਸੀਂ ਪੜ੍ਹਦੇ ਰਹੇ ਸੀ, ਤੇ ਮੈਂ ਫਿਰ ਨਾ ਯਤੀਮਖਾਨੇ ਚਲਾ ਗਿਆ, ਦਰਜੀਆਂ ਦਾ ਵੱਲ ਸਿੱਖਿਆ। ਫਿਰ ਮੈਂ ਸ਼ੇਰ ਹੱਟੀ ਵਾਲਾ ਨਹੀਂ, ਪੁੱਫੀ ਬੈਦੀ ਦੀ ਦੁਕਾਨ, ਜੀ ਜੀ, ਪਤਾ ਉਹ ਰਹਿਮਤ ਉਹਨਾਂ ਦਾ ਉਹਦੇ ਬੇਟਾ, ਫੈਸਲ ਬੇਟਾ ਉਹਨਾਂ ਦਾ, ਮੇਰੇ ਦੋਸਤ ਹਾਂਜੀ ਸਨ। ਫੈਸਲ, ਹਾਂਜੀ, ਹਾਂਜੀ ਫੈਸਲ ਤੇ ਰਾਮਤ ਦੁਕਾਨ ਤੇ ਬੈਠਦਾ ਰਿਹਾ ਮਗਰੋਂ। ਅਰਸ਼ਦ ਵੀ ਅਰਸ਼ਦ ਵੱਡਾ ਹੈ ਨਾ, ਤੇ ਉਹ ਸੋਦੀਆ ਹੁੰਦਾ, ਤੇ ਫੈਸਲ ਪਤਾ ਨਹੀਂ ਕਿੱਥੇ ਹੁੰਦੇ ਨੇ, ਫੈਸਲ ਇੰਗਲੈਂਡ ਮੈਨੂੰ ਵਗੈਰਾ। ਉਦੋਂ ਉਹਨਾਂ ਨੇ ਕਿਤੇ ਜਾਣ ਦਿੱਤਾ ਸੀ ਉਹਨਾਂ ਨੂੰ। ਹਾਂਜੀ ਬਿਲਕੁਲ ਦੂਰ ਹੀ ਕਿਤੇ। ਹਾਂਜੀ, ਤੇ ਰਹਿਮਤ ਨਾਲ ਮੇਰੀ ਦੋਸਤੀ ਹੁੰਦੀ ਸੀ, ਰਹਿਮਤ ਨਾਲ ਗੱਪਸ਼ਪ ਹੁੰਦੀ ਸੀ। ਹਾਂਜੀ ਤੇ ਉਹ ਕਰਾਚੀ ਦੇ ਰਹਿਣ ਸੀ। ਰਾਮਤ ਦੀ ਦੁਕਾਨ ਦੇ ਸਾਹਮਣੇ ਮੇਰਾ ਹੈਗਾ ਸੀ ਦੁਕਾਨ, ਮੈਂ ਬਣਾਈ ਸੀ ਬੂਟੇ ਸ਼ਾਹ ਦੀ ਦੁਕਾਨਾਂ ਦੇ ਵਿੱਚ, ਦਰਜ਼ੀਆਂ ਦੀ ਦੁਕਾਨ। ਮੈਂ 7-8 ਸਾਲ ਦੁਕਾਨ ਬਣਾਈ ਰੱਖੀ ਹੈ। ਬਿਲਕੁਲ ਮੈਨੂੰ ਯਾਦ ਆ ਗਿਆ ਬਿਲਕੁਲ ਉਹਨਾਂ ਦੇ ਸਾਹਮਣੇ ਲੈਫਟ ਸਾਈਡ ਤੇ। ਜੀ ਜੀ ਹਾਂਜੀ, ਮੇਰੀ ਦੁਕਾਨ ਹੁੰਦੀ ਸੀ ਦਰਜ਼ੀਆਂ ਦੀ, ਹਾਂਜੀ ਬੜੀ ਬਿਲਕੁਲ ਵੀਏਪੀ ਕਰਕੇ, ਤੇ ਮੈਂ ਬੜੀ ਬਣਾਈ ਸੀ। ਬਿਲਕੁਲ ਮੈਨੂੰ ਸਮਝ ਆ ਗਈ ਬਿਲਕੁਲ। ਬਿਲਕੁਲ ਟੇਲਰਿੰਗ ਸ਼ਾਪ ਹੈ ਸੀ ਤੁਹਾਡੇ ਸਾਹਮਣੇ ਨਾ। ਹਾਂਜੀ ਹਾਂਜੀ ਉਹ ਉਹ ਕਦੀ ਮੈਂ ਹੀ ਕਦੀ ਸੀ। ਤੁਹਾਡੇ ਸਾਹਮਣੇ ਕਦੀ ਆ ਕੇ ਨਾ ਉਹ ਲਾਉਂਦੇ ਹੁੰਦੇ ਸੀ ਰੇੜੀ, ਕੀ ਨਾਲ ਇਹਦਾ ਹਾਂਜੀ ਪੰਜ ਦੀ ਉਹ ਉਹ ਲਾਉਂਦੇ ਸੀ, ਚਨੇ ਕੀ ਲਾਉਂਦੇ ਸੀ, ਮਾਛੀ। ਚਾਟ। ਹਾਂਜੀ, ਤੇ ਐਸਾ ਮੁਖਤਲਿਫ ਚੀਜ਼ਾਂ ਹੁੰਦੀਆਂ ਸੀ। ਉਹ ਏਰੀਆ ਸਹੀ ਹੈਗਾ ਸੀ, ਮਤਲਬ ਉੱਥੇ ਪਿੰਡ ਬਿਲਕੁਲ ਦਾ ਪਹਿਲੇ ਸੈਂਟਰ ਹੈਗਾ ਸੀ। ਦੁਕਾਨ ਜਦੋਂ ਬਣੀਆਂ ਸੀ ਨਾ, ਜਦੋਂ ਅਮਜਦ ਭਾਈ ਦੁਕਾਨਾਂ ਬਣੀਆਂ, ਸਭ ਤੋਂ ਪਹਿਲੇ ਮੈਂ ਦੁਕਾਨ ਬਣਾਈ ਸੀ। ਹਾਂਜੀ, ਤੁਹਾਡੀ ਦੁਕਾਨ ਸਭ ਤੋਂ ਪਹਿਲੇ ਬਣੀ ਸੀ, ਉਸ ਤੋਂ ਬਾਅਦ ਫਿਰ ਬਣੀ ਜਾ ਕੇ ਫਰੰਟ ਤੇ ਦੁਕਾਨਾਂ ਬਣਨੀ ਸ਼ੁਰੂ ਹੋਈਆਂ। ਇਹ ਜਿਹੜੀਆਂ ਹਾਂਜੀ ਬਿਲਕੁਲ। ਇੱਕ ਤੇ ਪਰਚੂਨ ਦੀ ਬਣਾਈ, ਫਿਰ ਉਹਨਾਂ ਦੁੱਧ ਦੀ ਬਣਾਈ, ਤੇ ਨਾਲ ਫਿਰ ਕੁਝ ਸਵੀਟਸ ਮਿਠਾਈ ਵਗੈਰਾ ਦੀ ਬਣਨੀ ਸ਼ੁਰੂ ਹੋਈਆਂ ਹਾਂਜੀ 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 ਕੋਨੇ ਤੇ। ਹਾਂਜੀ ਕੋਨੇ ਤੇ, ਉਹ ਅੱਗੇ ਐਸਾ ਮੇਨ ਤੇ। ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਹੁਣ ਤੇ ਸਾਰਾ ਅੱਗੇ। ਲੇਕਿਨ ਇੱਕ ਚੀਜ਼ ਮੈਂ ਨੋਟ ਕੀਤੀ ਜਦੋਂ ਮੈਂ ਗਿਆ ਸੀ ਨਾ, ਹੁਣ ਤਕਰੀਬਨ ਕੁਝ ਸਾਲ ਪਹਿਲੇ, ਤੇ ਮਤਲਬ ਠੀਕ ਹੈ ਵੈਸੇ ਹੀ, ਕੋਈ ਹਾਲਾਤ ਕੁਝ ਬਹੁਤ ਜ਼ਿਆਦਾ ਬਦਲੇ ਨਹੀਂ। ਅਮਜਦ ਭਾਈ ਤਾਲੀਮ ਜਿਹੜੀ ਨਾ ਇਨਸਾਨ ਨੂੰ ਬਹੁਤ ਅੱਗੇ ਲੈ ਜਾਂਦੀ ਹੈ, ਤੇ ਜਦੋਂ ਇਨਸਾਨ ਤਾਲੀਮ ਨਾ ਕਰੇ, ਪੈਸਾ ਹੈਗਾ ਬੜਾ, ਪੈਸਾ ਐਸਾ ਜਿੰਨਾ ਕੋ ਸਾਡੇ ਕੋਲ ਅਜ਼ੀਮਾਬਾਦ ਹੈ ਨਾ, ਮੁਹੰਮਦਪੁਰਾ, ਸਾਡੇ ਕੋਲ ਜਿਹੜਾ ਮੁਹੰਮਦਪੁਰਾ ਪੜ੍ਹੇ ਲਿਖੇ ਲੋਕ ਨੇ, ਤੇ ਸ਼ੁਰੂ ਤੋਂ ਮਤਲਬ ਕਿ ਇਹਨੇ ਪੜ੍ਹੇ ਨਹੀਂ, ਤੇ ਪੈਸੇ ਨੂੰ ਸਮਝ ਲੈ ਕੇ ਉਹਨਾਂ ਸਿਆਸਤ ਚ ਆਏ ਨੇ। ਅਜ਼ੀਮਾਬਾਦ ਬਹੁਤ ਜ਼ਿਆਦਾ ਪੈਸਾ ਹੈ। ਬਿਲਕੁਲ ਸਹੀ, ਮਤਲਬ ਇੱਕ ਚੌਧਰਾਹਟ ਆ ਗਈ ਹੈ, ਲੇਕਿਨ ਅਸੀਂ ਹਾਂਜੀ ਦੁਨੀਆ ਦੇ ਨਾਲ ਅਮਜਦ ਮੁਕਾਬਲਾ ਭਾਈ, ਕਰਨ ਦੇ ਕਾਬਿਲ ਅਮਜਦ ਭਾਈ ਨਹੀਂ।
ਦੱਸਣਾ ਉਹਨਾਂ ਕੋਲ ਨਾ ਡੰਗਰ ਰੱਖਣ ਵਾਸਤੇ ਪਹਿਲੇ ਖੋਤੀਆਂ ਰੇੜੀਆਂ ਸੀ। ਉਹਨਾਂ ਜਿਵੇਂ ਰੇਤ ਮਿੱਟੀ ਦੇ ਲਾ ਕੇ ਤੇ ਬਜਰੀ ਸਿਰਮੜ ਦੇ ਲਾ ਕੇ ਤੇ ਉਹ ਬੜੇ ਖੁਸ਼ ਹੁੰਦੇ ਸਨ, ਪੈਸਾ ਸਾਰਾ ਬੈਂਕ 'ਚ ਤੇ ਆਪ ਖੋਤੀਆਂ ਰੇੜੀਆਂ ਦੇ ਸ਼ਾਮ ਨੂੰ ਦਿਹਾੜੀ ਲਾਣੀ ਸਹੀ ਤੇ ਸਹੀ ਪੈਸੇ ਨੂੰ ਪੈਸਾ ਸਮਝ ਕੇ ਵੀ ਇਸਤੇਮਾਲ ਕਿਸੇ ਨੇ ਨਹੀਂ ਕੀਤਾ ਤੇ ਉਹਨਾਂ ਨਹੀਂ ਅਜੇ ਤੀਕਰ ਵੀ ਉਹੀ ਹਿਸਾਬ ਹੈ, ਜ਼ਿਆਦਾ ਨਹੀਂ ਹੈਗਾ। ਅਸਲ 'ਚ ਹੁੰਦੀ ਜੀ ਨਾ ਇੱਕ ਮੈਂ ਉਹ ਕਿਸੇ ਨੂੰ ਬਲੇਮ ਨਹੀਂ ਕਰਾਂਗਾ, ਉਹਦੀ ਵਜ੍ਹਾ ਇਹ ਵੇ ਕਿ ਦੇਖੋ ਸਾਡਾ ਮੁਆਸ਼ਰਾ ਇਸ ਤਰ੍ਹਾਂ ਤਿਆਰ ਕਰ ਦਿੱਤਾ ਗਿਆ ਹੈ ਕਿ ਅਸੀਂ ਉਸ ਸੋਚ ਤੋਂ ਬਾਹਰ ਹੀ ਨਿਕਲ ਪਾਉਂਦੇ। ਅਸੀਂ ਜੀ ਜੀ ਅਸੀਂ ਸਿਰਫ ਨਾ ਆਏ ਬਾਏ ਸ਼ਾਇਂ ਦੇ ਵਿੱਚ ਹੀ ਰਹਿੰਦੇ ਹਾਂ। ਉਹ ਬੰਦਿਆਂ ਦਾ ਲੋਕਾਂ ਦਾ ਕਸੂਰ ਨਹੀਂਗਾ, ਕਿਉਂਕਿ ਸਾਡਾ ਜੀ ਜੀ ਸਿਸਟਮ ਇੱਕ ਨਿਜ਼ਾਮ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਤੁਸੀਂ ਬਾਹਰ ਦੂਸਰੇ ਮੁਲਕ ਜਾ ਕੇ ਕੰਪੇਅਰ ਨਹੀਂ ਕਰਦੇ ਨਾ, ਤੁਹਾਨੂੰ ਪਤਾ ਨਹੀਂ ਜੀ ਜੀ ਚੱਲਦਾ, ਅੱਖਾਂ ਨਹੀਂ ਖੁੱਲਦੀਆਂ, ਦਿਮਾਗ ਨਹੀਂ ਖੁੱਲਦਾ। ਅਮਜਦ ਭਾਈ ਵੱਲਾ ਮੈਂ ਸੋਚਣਾ ਜੇ ਮੈਂ ਮੁਲਕ 'ਚ ਹੁੰਦਾ ਤੇ ਜਿਵੇਂ ਦੇ ਹਾਲਾਤ ਇਸ ਟਾਈਮ ਜਾ ਰਹੇ ਨੇ ਤੇ ਕੀ ਹਾਲ ਹੋਣਾ ਸੀ। ਬੱਚੇ ਸਾਰੇ ਪੜਨ ਵਾਲੇ ਨੇ, ਸਾਰੇ ਬੱਚੇ, 4 ਮੇਰੇ ਮਾਸ਼ਾਅੱਲਾ ਬੇਟੇ ਨੇ ਤੇ ਚਾਰੇ ਦੇ ਚਾਰੇ ਪੜਨ ਵਾਲੇ ਨੇ ਤੇ ਜਿੱਥੇ ਲੋਕਾਂ ਦੇ VIP ਉੱਥੇ ਪੜਾ ਰਿਹਾ ਵਾਂ ਮਾਸ਼ਾਅੱਲਾ। ਤੇ ਬੜਾ ਮੁਸ਼ਕਲ ਹੈ। ਰਹਿਸ਼ ਮੇਰੀ ਪਹਿਲੇ ਹੈਗੀ ਸੀ ਜਿੱਥੇ ਉੱਥੇ ਪੁਰਾਣਾ ਸਾਡਾ ਬਾਈ ਘਰ ਸੀ। ਸਾਡਾ ਇੱਕ ਘਰ ਹੈਗਾ ਸੀ, ਅਸੀਂ ਇਹਦੇ ਰੈਂਟ ਤੇ ਦਿੱਤਾ ਸੀ, ਜਿੱਥੇ ਮਰੀਜ਼ ਹੈ ਦਾ ਘਰ, ਜਿੱਥੇ ਸਕੂਲ ਹੈ ਨਾ, ਜਿੱਥੇ ਚੱਕੀ ਆਟੇ ਵਾਲੀ ਮਲਕਾਂ ਦੀ ਸੀ। ਦੋ ਚੱਕੀਆਂ ਸਨ ਨਾ, ਦੋ ਚੱਕੀਆਂ। ਮੁਰੀਦ ਯਾਦ ਕਰਦਾ ਦਿੰਦੇ ਜ਼ੁਬਾਨ ਨੱਕ ਤੇ ਲਾ ਲੈਂਦਾ ਸੀ। ਜੀ 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 ਅਰੇ ਯਾਰ ਕਸਮ ਆਗਾ ਜੀ, ਤੁਸੀਂ ਕਿਹੜੇ ਚੱਕਰਾਂ 'ਚ ਪਾਤਾ। ਇੱਕ ਹੋਰ ਹੈਗਾ ਸੀ ਸ਼ਬਾਜ਼, ਜਿਹੜਾ ਲਿਖਦਾ ਨੱਕ ਉਹਦਾ ਥੱਲੇ ਆਉਂਦਾ ਸੀ ਤੇ ਫਿਰ ਉਹਦਾ ਲੈ ਜਾਂਦਾ ਸੀ। ਯਾਰ ਇਹ ਤਾਂ ਨਾ ਮੈਨੂੰ ਚਾਹੀਦਾ, ਮੈਨੂੰ ਇਹ ਡਾਊਨਲੋਡ ਕਰਕੇ ਨਾ ਇਹ ਵਾਲੇ ਤੇ ਮੈਨੂੰ ਪਬਲਿਸ਼ ਕਰਨੀ ਇਨਸ਼ਾਅੱਲਾ। ਨਹੀਂ ਮਰੀਜ਼ ਆਂਦਾ ਤੇ ਤੁਸੀਂ ਆਪ ਦੱਸਿਆ, ਮਰੀਜ਼ ਆਂਦਾ ਤੇ ਆਪ ਦੱਸਿਆ। ਹਾਂਜੀ ਉਹ ਕਿਉਂਕਿ ਸਾਡਾ ਮੇਰਾ ਕਲਾਸ ਫਰਜ਼ ਸੀ ਨਾ, ਉਹਨਾਂ ਦੇ ਨਾਲ ਖੇਲੀ ਦਾ ਵੀ ਸੀ ਨਾ, ਉਹ ਪਿੱਛੇ ਜਾ ਕੇ ਨਾ ਉਹ ਆਪਣਾ ਬੋਰਡ ਵਾਲੀ ਸਾਈਡ ਦੇ ਪਿੱਛੇ ਜਾ ਕੇ ਖੇਲੀ ਦਾ ਵੀ ਉਹਨਾਂ ਦਾ ਸੀ। ਉਹ ਗਿੱਲੀ ਡੰਡਾ ਵੀ ਖੇਲੀਦਾ ਸੀ, ਕ੍ਰਿਕਟ ਵੀ ਖੇਲੀ ਸੀ, ਫੁੱਟਬਾਲ ਵੀ ਖੇਲੀਦਾ ਸੀ। ਜੋ ਚੀਜ਼ਾਂ ਉਸ ਵਕਤ ਹੱਥ 'ਚ ਹੁੰਦੀਆਂ ਸਾਨੂੰ ਉਸ ਮੁਤਾਬਕ ਨਾਲ ਖੇਲੀਦਾ ਸੀ। ਉਹ ਅਮਜਦ ਭਾਈ ਉੱਥੇ ਜਿਹੜਾ ਮੁਰਗੀ ਖਾਨਾ ਹੈ ਨਾ, ਜਿੱਥੇ ਮਰੀਜ਼ ਸਿੰਘ ਦਾ ਘਰ ਹੈ, ਤੁਸੀਂ ਘਰ ਤੇ ਉਹਦਾ ਦੇਖਿਆ ਹੀ ਸੀ ਪਹਿਲਾਂ ਹੀ, ਉਹਦਾ ਸ਼ੁਰੂ ਤੋਂ ਘਰ ਉੱਥੇ ਸੀ। ਉਹਦੇ ਘਰ ਦੇ ਨਾਲ ਅਸੀਂ ਬਿਲਕੁਲ, ਉਹਦਾ ਘਰ ਸੀ ਸਾਡੀ ਬੈਕ ਸਾਈਡ ਤੇ, ਸਾਡਾ ਜਦੋਂ ਗਲੀ 'ਚ ਜਾਓ ਨਾ ਤੇ ਬਿਲਕੁਲ ਮੇਨ ਸਟਰੀਟ ਸਾਡਾ ਸਿੱਧਾ ਘਰ ਪੈਂਦਾ, ਉੱਥੇ ਅਸੀਂ ਰੈਂਟ ਤੇ ਕਿਰਾਏ ਤੇ ਦਿੱਤਾ ਸੀ। ਓਕੇ ਓਕੇ ਓਕੇ। ਉਸ ਗਲੀ 'ਚ ਵੜੋ ਨਾ, ਮਰੀਜ਼ ਸਿੰਘ ਵਾਲੀ ਗਲੀ 'ਚ ਵੜੋ ਤੇ ਉਹ ਗਲੀ 'ਚ ਚੱਕੀ ਆਟੇ ਵਾਲੀ 'ਚ ਤੇ ਸਿੱਧਾ ਸਟਰੀਟ ਸਾਹਮਣੇ ਸਾਡਾ ਦਰਵਾਜ਼ਾ ਲੱਗਾ ਗੇਟ, ਉਹ 8 ਫੁੱਟ ਦੀ ਜਿਹੜੀ ਗਲੀ ਜਾ ਰਹੀ ਸਿੱਧੀ ਸਾਡੀ ਏ ਤੇ ਇਹਨਾਂ ਦੀ ਛੋਟੀ ਗਲੀ ਅੰਦਰ 'ਚ ਚਲੀ ਜਾਂਦੀ ਨਾ, ਹੋਰ ਅੰਦਰ ਨੂੰ ਜਾ ਕੇ। ਸਮਝ ਗਿਆ। ਤੇ ਉੱਥੇ ਹੁਣ ਮੇਰਾ ਘਰ ਜਿਹੜਾ ਨਾ, ਮੇਰਾ ਘਰ ਮਰੀਜ਼ ਸਿੰਘ ਦੇ ਘਰ ਤੋਂ ਪਹਿਲੇ ਘਰ ਆ ਜਾਂਦਾ ਤੇ ਉਸੇ ਗਲੀ 'ਚ ਹੀ ਏ। ਕਿਆ ਬਾਤ, ਕਿਆ ਬਾਤ। ਅਸੀਂ ਤੁਹਾਡੇ ਹਾਂਜੀ ਜੀ ਬੋਲੋ ਬੋਲੋ। ਅਸੀਂ ਦੋ ਘਰ, 4 ਭਾਈਆਂ ਤੇ 2 ਇੱਧਰ ਰਹਿ ਗਏ ਆ ਬਾਈ ਘਰ, ਤੇ 2 ਅਸੀਂ ਉਧਰ ਜਾ ਕੇ ਤੇ ਆਪਣਾ ਘਰ ਬਣਾ ਲਿਆ। ਤੇ ਮੈਂ 2 ਸਾਲ ਹੋ ਗਏ ਨੇ, ਮੈਂ ਆਪਣੀ ਰਹਿائش ਉਧਰ ਹੈ ਮੇਰੀ। ਮਾਸ਼ਾਅੱਲਾ ਮਾਸ਼ਾਅੱਲਾ। ਤੁਸੀਂ ਮੈਨੂੰ ਯਾਦ ਕਰਾਤਾ, ਹੁਣ ਉੱਥੇ ਚੱਕੀ ਸੀ, ਚੱਕੀ ਦੇ ਨਾਲ ਥੋੜਾ ਅੱਗੇ ਜਾ ਕੇ ਇੱਕ ਹੋਰ ਚੱਕੀ ਸੀ, ਉਹ ਜੀ 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 ਕੀ ਨਾਮ ਲੈਤਾ ਉਹਨਾਂ ਨੂੰ, ਤਰਖਾਨ ਕਹਿੰਦੇ ਸਨ। ਹਾਂਜੀ ਇਹਨਾਂ ਦੀ ਤਰਖਾਨ ਦੀ ਲਿਆਕਤਾਂ ਦੀ। ਤੇ ਉਹਨਾਂ ਦੇ ਨਾਲ ਹੈਗੇ ਸਨ ਆਪਣੇ ਦੋਸਤ ਜਿਹੜੇ ਹੈਗੇ ਸਨ ਅਮਜਦ ਹਾਜੀ ਦੀਨ ਕੇ। ਹਾਂਜੀ ਹਾਂਜੀ ਬਿਲਕੁਲ, ਹਾਜੀ ਬਾਬਰ ਤੁਹਾਡਾ ਦੋਸਤ ਹੋਣਾ, ਅਸਲਮ। ਹਾਂਜੀ ਬਾਬਰ ਮੇਰਾ ਦੋਸਤ ਸੀ। ਹਾਂ ਤਿੰਨੇ ਦੋਸਤ ਸਨ ਐਕਚੁਅਲੀ। ਅਮਜਦ ਦੇ ਨਾਲ ਤੇ ਮੇਰੀ ਹੁੰਦੀ ਸੀ ਕਿ ਅਸੀਂ ਮੈਂ ਕੁਰਾਨ ਇਕੱਠਾ ਪੜ੍ਹਨਾ ਸੀ ਕਾਰੀ ਸਾਹਿਬ ਕੋ ਨਾ, ਤਾਂ ਅਸੀਂ ਦੋਨਾਂ ਨੂੰ ਕਾਰੀ ਸਾਹਿਬ ਹਿਫਜ਼ ਕਰਾਉਣਾ ਸ਼ੁਰੂ ਕਰਾਇਆ ਸੀ ਸਾਡਾ। ਕਾਰੀ ਯੂਸਫ ਸਾਹਿਬ ਨੇ, ਅੱਲਾਹ ਤਾਲਾ ਜ਼ਿੰਦਗੀ ਦੇ। ਤੇ ਉਹਨਾਂ ਨੂੰ ਸਾਨੂੰ ਦੋਵਾਂ ਨੂੰ ਨਾ ਇਕੱਠੇ ਅਸੀਂ ਹਿਫਜ਼ ਕਰਨਾ ਸ਼ੁਰੂ ਕੀਤਾ ਸੀ ਉਹਨਾਂ ਦੇ ਨਾਲ। ਥੋੜਾ ਹੀ ਕੀਤਾ ਸੀ, ਮਤਲਬ ਕਿ ਸ਼ੁਰੂ ਕੀਤਾ ਸੀ ਥੋੜਾ ਜਿਹਾ ਹਾਲੇ, ਤੇ ਫਿਰ ਨਹੀਂ ਚੱਲ ਸਕਿਆ, ਪਤਾ ਨਹੀਂ ਸਾਡੀ ਵਾਰ, ਮੈਨੂੰ ਯਾਦ ਨਹੀਂ ਕੀ ਵਜ੍ਹਾ ਹੋਈ, ਲੇਕਿਨ ਉਹ ਅਕਬਰ ਨੇ ਕੀਤਾ ਸੀ। ਅਕਬਰ ਨੇ 2-4 ਸਪਾਰੇ ਕੀਤੇ ਸਨ। ਹਾਂ ਅਕਬਰ ਨੇ ਕੀਤਾ ਸੀ। ਇੱਕ ਹੋਰ ਸੀ ਮੁਸਤਫਾ ਵੀ ਸੀ, ਮੁਸਤਫਾ ਪਠਾਣਾ ਦਾ। ਇੱਕ ਹੋਰ ਬੰਦਾ, ਤੇ 3 ਮੁੰਡੇ ਸਨ ਮੇਰੇ ਖਿਆਲ ਨਾਲ। ਇੱਕ ਲੱਭਾ ਸੀ ਮੇਰੇ ਖਿਆਲ, ਲੱਭਾ ਨਹੀਂ ਸੀ, ਨਹੀਂ ਕਾਰੀ ਲੱਭਾ ਤੇ ਸਾਡੇ ਤੋਂ ਅੱਗੇ ਸੀ, ਕਾਫੀ ਦੂਰ ਸੀ। ਲੱਭਾ ਸੀ ਔਰ ਜਫਰ ਜਿਹਨਾਂ ਦੀ ਆਵਾਜ਼ ਦੋਵਾਂ ਦੀ ਬੜੀ ਪਿਆਰੀ ਸੀ, ਅਜ਼ਾਨ ਦੇਣ ਚ ਬਹੁਤ ਖੂਬਸੂਰਤ ਸੀ ਦੋਨਾਂ ਦੀ। ਜੀ ਅਜ਼ਾਨ ਚ ਜਿਹੜਾ ਨਾ, ਅਜ਼ਾਨ ਚ ਜਫਰਾ ਵੱਧ ਸੀ, ਕਾਰੀ ਲੱਭਾ ਨਾਤਾ ਪੜਦਾ ਸੀ। ਰਮਜ਼ਾਨ ਚ ਨਾਤਾਂ ਜਿਹੜੀਆਂ ਸੀ ਕਾਰੀ ਲੱਭਾ ਪੜਦਾ ਸੀ, ਰਮਜ਼ਾਨ ਚ ਜਿਹੜੀਆਂ ਨਾਤਾਂ ਕਾਰੀ ਲੱਭਾ ਪੜਦਾ ਸੀ। ਬਿਲਕੁਲ ਬਿਲਕੁਲ ਬਿਲਕੁਲ। ਤੇ ਉਸ ਤੋਂ ਬਾਅਦ ਫਿਰ ਸਾਡੀ ਵਾਰੀ ਲੱਗੀ ਸੀ, ਮੈਂ ਸਾਨੂੰ ਕਾਰੀ ਸਾਹਿਬ ਨਾ ਉਹ ਜਮਾਤ ਵੀ ਸਾਡੀ ਕਰਾਣੇ ਹੁੰਦੇ ਸਾਂ, ਅਜ਼ਾਨ ਦੇਣ ਦੀ ਡਿਊਟੀ ਮੇਰੀ ਸੀ। ਤੇ ਇੱਕ ਹੋਰ ਮੁੰਡਾ ਸੀ, ਕੀ ਨਾਲ ਇਹਦਾ ਮੈਨੂੰ ਯਾਦ ਹੋ ਗਿਆ, ਤੁਹਾਡੀ ਦੁਕਾਨ ਸਾਹਮਣੇ ਦਾ ਘਰ ਸੀ ਲੈਫਟ ਸਾਈਡ ਤੇ, ਜਿਨ੍ਹਾਂ ਦੀ ਪਿਕਅਪ ਹੈਗੀ ਸੀ। ਸਲੀਮ ਹਰੀ, ਸ਼ਬਾਜ਼ ਸਰਵਰ,
ਸ਼ਬਾਜ਼। ਸ਼ਬਾਜ਼ ਸਰਵਰ। ਹਾਂਜੀ, ਸ਼ਬਾਜ਼ ਮੇਰੇ ਹਾਲ ਦਾ ਸੀ। ਮਿਸਾਲ ਉਹ ਸ਼ਬਾਜ਼। ਕਲਾਸ ਫੈਲੋ ਸੀ ਆਪਣਾ, ਕਲਾਸ ਹਾਂਜੀ ਫੈਲੋ ਸੀ ਸ਼ਬਾਜ਼ ਸਰਵਰ। ਹਾਂਜੀ, ਉਹਦੇ ਨਾਲ ਮੇਰੀ ਜ਼ਿੱਦ ਕੀ ਹੁੰਦੀ ਸੀ ਕਿ ਜਿਹਨੇ ਜਾ ਕੇ ਮਸਜਿਦ 'ਚ ਪਹਿਲੇ ਬਹਿ ਨਾ ਜਾ ਕੇ, ਉਹ ਅਜ਼ਾਨ ਦੇਗਾ, ਤੇ ਅਸੀਂ ਅੱਧਾ ਅੱਧਾ ਘੰਟਾ ਪਹਿਲੇ ਜਾ ਕੇ ਜ਼ੋਹਰ ਦੇ ਟਾਈਮ ਬੈਠ ਜਾਂਦੇ ਸੀ ਮਸਜਿਦ ਜਾ ਕੇ। ਮਾਸ਼ਾਅੱਲਾ। ਯਕੀਨ ਕਰੋ, ਮੈਨੂੰ ਹਾਲੇ ਵੀ ਯਾਦ ਹੈ। ਤੇ ਉਹਨਾਂ ਜਾ ਕੇ ਬੈਠ ਜਾਣਾ, ਤੇ ਮੈਂ ਪਿੱਛੇ ਹੋ ਕੇ ਬੈਠ ਜਾਣਾ। ਸਾਰੀ ਗੱਲ ਹੁਣ ਉਹ ਪਹਿਲੇ ਬੈਠੇ ਨੇ, ਤੇ ਮਤਲਬ ਕਿ ਅੰਡਰਸਟੂਡ ਹੈ ਕਿ ਉਹਨੇ ਅਜ਼ਾਨ ਦੇਣੀ ਹੈ, ਤੇ ਮੈਂ ਜਾ ਕੇ ਬੈਠ ਜਾਣਾ। ਤੇ ਅਸੀਂ ਇਸ ਤਰ੍ਹਾਂ ਅੱਧਾ ਪੌਣਾ ਪੌਣਾ ਘੰਟੇ ਪਹਿਲੇ ਮਸਜਿਦ ਜਾ ਕੇ ਬੈਠੇ, ਸਿਰਫ ਅਜ਼ਾਨ ਦੇਣ ਵਾਸਤੇ। ਅਮਜਦ ਭਾਈ, ਅਗਰ ਤੁਹਾਡੇ ਵਾਲਦ ਨੇ ਤੇ ਵਾਲਦਾ ਨੇ ਅਗਰ ਇੱਕ ਨੇਕੀ ਕੀਤੀ ਹੈ ਨਾ ਆਪਣੀ ਔਲਾਦ ਤੇ, ਉਹਨਾਂ ਇਹ ਪਿੰਡ ਛੱਡ ਕੇ ਕੀਤੀ ਹੈ। ਵੱਲਾ ਬਿਲਕੁਲ ਸਹੀ ਗੱਲ। ਮੈਂ ਤੁਹਾਡੀ ਜਜ਼ਾਕੱਲਾ ਗੱਲ ਦਾ, ਸਾਰੀ ਗੱਲ ਆਪਣੇ ਘਰ ਆਪਣਾ ਘਰ ਦਾ, ਲੇਕਿਨ ਉਹਨਾਂ ਦਾ ਸਾਡੇ ਤੇ ਜਿੰਨਾ ਅਹਿਸਾਨ, ਵਾਲਦਾ ਦਾ ਤੇ ਅਹਿਸਾਨ ਤੁਸੀਂ ਨਹੀਂ ਦੇ ਸਕਦੇ, ਲੇਕਿਨ ਨਹੀਂ ਨਹੀਂ ਨਹੀਂ। ਗੱਲ ਹੈ ਇਹਦੇ 'ਚ ਪੂਰਾ ਵਿਜ਼ਨ ਜੋ ਹੈ, ਸਾਰੀ ਗੱਲ ਸਪੋਰਟ ਤੇ ਵਾਲਦ ਨਹੀਂ ਕਰਨਾ ਹੁੰਦਾ, ਸਾਰਾ ਕੁਝ ਕਰਨਾ, ਜੀ ਜੀ ਲੇਕਿਨ ਜੀ ਜੀ ਜੋ ਵਾਲਦਾ ਦਾ ਸਪੋਰਟ ਸੀ ਨਾ, ਜਿਸ ਤਰ੍ਹਾਂ ਉਹਨਾਂ ਨੇ ਜੀ ਮਿਹਨਤ ਜੀ। ਕਰਕੇ, ਉਹਨਾਂ ਕੋਲੋਂ ਡਾਂਟ ਖਾ ਕੇ, ਜੋ ਵੀ ਤੁਹਾਨੂੰ ਨਹੀਂ, ਸਾਰਾ ਪਤਾ, ਪਤਾ, ਸਾਰਾ ਪਤਾ ਹੈ ਜੀ, ਬਿਲਕੁਲ ਸਾਰਾ ਪਤਾ ਹੈ। ਉਹ ਉਹਨਾਂ ਦਾ ਕਹਿੰਦੇ ਨਾ, ਤੁਸੀਂ ਵਾਲਦਾ ਦਾ ਅਹਿਸਾਨ ਵੈਸੇ ਨਹੀਂ ਦੇ ਸਕਦੇ, ਤੁਸੀਂ ਇਸ ਚੀਜ਼ ਦਾ ਹੀ ਸਿਰਫ ਉਹਨਾਂ ਦੇ ਸਾਰੀ ਜ਼ਿੰਦਗੀ ਪੈਰ ਧੋਂਦੇ ਰਹੋ ਨਾ, ਤੁਸੀਂ ਨਹੀਂ ਪੂਰਾ ਕਰ ਸਕਦੇ। ਅਮਜਦ ਭਾਈ, ਅਗਰ ਵਾਲਦਾ ਨੇ ਤੇ ਵਾਲਦ ਨੇ ਅਗਰ ਨੇਕੀ ਕੀਤੀ ਹੈ, ਆਪਣੀ ਲਾਹ ਤੇ ਨੇਕੀ ਨਹੀਂ ਹੁੰਦੀ, ਉਹਨਾਂ ਦਾ ਫਰਜ਼ ਸੀ। ਤੇ ਅਗਰ ਉਹਨਾਂ ਫਰਜ਼ ਕੀਤਾ ਹੈ ਨਾ, ਆਪਣਾ ਅਦਾ ਕੀਤਾ, ਤੇ ਉਹਨਾਂ ਹੱਕ ਅਦਾ ਕੀਤਾ ਹੈ ਕਿ ਇੱਕ ਘਰ ਨੂੰ, ਆਪਣੇ ਬੱਚਿਆਂ ਨੂੰ ਉਠਾ ਕੇ ਤੇ ਦੂਰ ਨਿਕਲ ਜਾਣਾ। ਬਹੁਤ ਵੱਡਾ ਅਹਿਸਾਨ ਹੈ। ਮੈਂ ਗਿਆ ਸੀ ਉੱਥੇ। ਮੈਂ ਫਿਲਮ ਵੀ ਬਣਾਉਣਾ ਅਮਜਦ ਭਾਈ, ਮੈਂ ਫਿਲਮ ਵੀ ਬਣਾਉਣਾ ਤੁਹਾਡੇ ਘਰ ਚੋਂ, ਤੇ ਫਿਲਮ ਬਣਾ ਗਿਆ। ਇਹਨਾਂ ਦੀ ਨਾ ਇੱਕ ਭਰਾ ਦੀ ਸ਼ਾਦੀ ਸੀ, ਤੇ ਮੈਂ ਫਿਲਮ ਬਣਾਈ ਸੀ। ਮੈਨੂੰ ਇਹਨਾਂ ਦੱਸਿਆ ਸੀ ਕਿ ਐਸਾ ਇਸ ਤਰ੍ਹਾਂ, ਮੈਂ ਠੀਕ ਹੈ, ਤੇ ਉਹ ਫਿਰ ਬਣਾ ਕੇ ਆਇਆ ਸਾਂ ਮੈਂ ਫਿਲਮ। ਅੱਛਾ ਅੱਛਾ ਅੱਛਾ, ਸਹੀ। ਮੈਂ ਹਾਂ, ਉੱਥੇ ਮੈਂ ਮੂਵੀ ਦਾ ਵੀ ਗਿਆ ਕਰਦਾ ਮੈਂ। ਤੇ ਦਰਜੀਆਂ ਦਾ ਵੀ ਕਰਦਾ। ਮੈਂ ਜੇ ਕੁਝ ਸਵਾ ਸਾਲ ਪਹਿਲੇ ਨਾ ਚੱਕਰ ਲਾਉਣ ਗਿਆ। ਮੈਂ ਜਾਣਾ ਸੀ ਉੱਥੇ ਅੱਗੇ ਮਲਕ ਦੇ ਆਦੀ ਕੀ ਉਹ ਪ੍ਰਾਪਰਟੀ ਦਾ ਨਾਂ ਕੀ, ਬੈਰੀਆ ਟਾਊਨ, ਬੈਰੀਆ ਟਾਊਨ। ਉੱਥੋਂ ਮੈਂ ਲੰਘ ਰਿਹਾ ਸਾਂ। ਮੇਰਾ ਰਸਤਾ ਬਾਹਰੋਂ ਸੀ, ਲੇਕਿਨ ਮੈਂ ਭਾਈ ਨੂੰ ਕਿਹਾ, ਮੈਂ ਕਿਹਾ ਚਲੋ ਯਾਰ ਤੇਰਾ ਇੱਧਰੋਂ ਲੈ ਕੇ ਚਲੋ, ਮੈਂ ਤੇਰਾ ਵੈਸੇ ਹੀ ਨਜ਼ਰ ਮਾਰਨਾ ਚਾਹੁੰਦਾ ਪਿੰਡ 'ਚ। ਤੇ ਮੈਂ ਉਧਰੋਂ ਲੰਘ ਰਿਹਾ, ਤੇ ਮੈਂ ਮਾਸਕ ਲਾਇਆ ਸੀ ਕਿਉਂਕਿ ਜੀ ਜੀ। ਪਹਿਚਾਣ, ਤੇ ਮਾਸਕ ਲਾ ਕੇ ਨਾ ਮੈਂ ਗਲੀ ਦੇ ਅੰਦਰ ਤੱਕ ਗਿਆ, ਦਰਵਾਜ਼ੇ ਤੱਕ ਗਿਆ ਆਪਣੇ ਘਰ ਦੇ। ਤੇ ਮੈਂ ਉੱਥੋਂ ਨਾ, ਮੇਰੀ ਹਿੰਮਤ ਨਹੀਂ ਅੰਦਰ ਜਾਣ ਦੀ, ਮੈਂ ਵਾਪਸ ਆ ਗਿਆ। ਅੱਲਾ ਜਾਣਦਾ ਜੀ, ਮੈਂ ਪਤਾ ਨਹੀਂ ਕਿਉਂ, ਮੈਂ ਦੱਸਣ ਨਹੀਂ ਕਿਉਂ ਨਹੀਂ ਧਿਆਨ। ਅਮਜਦ ਭਾਈ ਤੁਹਾਡਾ ਮਹੱਲਾ ਤੁਹਾਡੇ ਨਾਲ ਪਿਆਰ ਕਰਦਾ ਸੀ, ਬਹੁਤ ਜ਼ਿਆਦਾ। ਹਕੀਕਤ ਤੇ ਅੱਲਾ ਜਾਣਦਾ ਹੈ। ਅਗਰ ਤੁਹਾਡੀ ਵਾਲਦਾ ਜਾਂ ਤੁਸੀਂ ਹੁਣ ਚਲੇ ਹੋ ਨਾ, ਤੇ ਕੋਈ ਐਸਾ ਘਰ ਨਹੀਂ ਜਿਹੜਾ ਤੁਹਾਡੀ ਇੱਜ਼ਤ, ਇਹ ਨਹੀਂ ਕਿ ਤੁਹਾਡੀ ਹੁਣ ਇੱਜ਼ਤ, ਉਦੋਂ ਵੀ ਤੁਹਾਡੀ ਉਹੀ ਸੀ। ਹਕੀਕਤ ਗੱਲ ਹੈ। ਨਹੀਂ ਨਹੀਂ, ਤੁਸੀਂ ਹਕੀਕਤ ਗੱਲ ਬਿਲਕੁਲ ਇਹਨੇ ਆਪਣੀ, ਤੁਹਾਡੀ ਹੁਣ ਪਰਸਨੈਲਿਟੀ ਅੱਲਾ ਨੇ ਜਿਹੜੀ ਦਿੱਤੀ ਹੈ, ਇਹਨੂੰ ਇੱਕ ਸਾਈਡ ਤੇ ਰੱਖ ਦਿਓ। ਜਿਹੜਾ ਤੁਹਾਡਾ ਮੁਕਾਮ ਸੀ ਨਾ, ਉਹ ਤੁਹਾਡਾ ਸੀ। ਜਿਹੜਾ ਉਹਨਾਂ ਦਾ ਮੁਕਾਮ ਸੀ, ਇਹ ਵੀ ਉਹਨਾਂ ਦਾ ਉਹੀ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ। ਹਾਲੇ ਵੀ ਸਾਨੂੰ, ਮੈਨੂੰ ਨਾਮ ਯਾਦ ਨੇ ਆਪਣਾ ਤਕਨੀਜ਼, ਅੱਲਾ ਦਾ। ਹਾਂਜੀ ਬਿਲਕੁਲ। ਉਹਨਾਂ ਦਾ ਭੈਣਾਂ ਭਰਾਵਾਂ ਵਾਲਾ ਸਿਸਟਮ ਸੀ, ਭੈਣਾਂ ਵਾਲਾ ਸਿਸਟਮ ਸੀ। ਬਿਲਕੁਲ, ਜਿੰਨੇ ਘਰ ਵੀ ਨੇ, ਜਿੰਨੇ ਘਰ ਵੀ ਨੇ ਨਾ, ਜਿੰਨੇ ਘਰ ਵੀ ਨੇ। ਹਾਂਜੀ, ਤਾਂ ਉਹਨਾਂ ਨੇ ਭਾਵੇਂ ਆਸਫ ਹਰੀ ਹੋ ਗਏ, ਤੁਹਾਡੀ ਗਲੀ 'ਚ ਸੀ। ਆਸਮ ਨਾਲ ਤਾਂ ਮੇਰੀ ਵੈਸੇ ਵੀ ਜ਼ਾਤੀ ਤੌਰ 'ਤੇ ਦੋਸਤੀ ਵੀ ਰਹੀ। ਉਸ ਤੋਂ ਬਾਅਦ ਵੀ ਮੁਲਾਕਾਤ ਰਹੀ, ਜਦੋਂ ਅਸੀਂ ਸ਼ਿਫਟ ਹੋ ਗਏ ਤਾਂ ਸ਼ਹਿਰ ਆ ਗਏ ਸਾਂ, ਜੀ ਜੀ ਜੀ। ਉਦੋਂ ਵੀ ਉਹਦੇ ਨਾਲ ਮੁਲਾਕਾਤ ਰਹੀ। ਮਾਸ਼ਾਅੱਲਾ ਜੀ, ਅੱਲਾ ਨੇ ਆਸਫ ਦੀ ਬਾਹ ਫੜੀ ਜੇ। ਮਾਸ਼ਾਅੱਲਾ ਮਾਸ਼ਾਅੱਲਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਮਾਸ਼ਾਅੱਲਾ ਮਾਸ਼ਾਅੱਲਾ। ਖੁਸ਼ੀ ਹੁੰਦੀ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਹਾਂਜੀ, ਉਹ ਅਗਰ ਜ਼ੀਰੋ ਤੋਂ ਸਟਾਰਟ ਹੋਇਆ ਨਾ, ਬਿਲਕੁਲ ਗਰੀਬ ਦੇ ਘਰੋਂ ਸੀ, ਤੇ ਉਹਨੇ ਜਾ ਕੇ ਕਿਸ਼ਤਾਂ ਦੀ ਦੁਕਾਨ ਬਣਾਈ। ਅੱਲਾ ਪਾਕ ਨੇ ਉਹਦੇ ਰੰਗ ਲਾਏ ਸਾਂਦੇ। ਉਸ ਤੋਂ ਬਾਅਦ ਹੁਣ ਉਹਨੇ ਇੱਥੇ ਆਪਣੇ ਭਰਾ ਨੂੰ ਇੱਕ ਕੰਮ ਕਰਾ ਕੇ ਦਿੱਤਾ, ਵੱਡਾ ਜਿਹੜਾ ਫੱਗੂ ਹੈ, ਜਿਹੜਾ ਇੱਟਾਂ ਸਿਰਮਟ ਦਾ ਬਜਰੀ ਦਾ ਕੰਮ ਕਰਦਾ ਸੀ। ਹਾਂਜੀ ਹਾਂਜੀ ਹਾਂਜੀ, ਇਹਨਾਂ ਨਾਲ ਸ਼ਾਮਾਂ ਨਾਲ ਬਿਲਕੁਲ ਬਿਲਕੁਲ ਬਿਲਕੁਲ। ਤੇ ਉਹਨੂੰ ਵੀ ਇਹ ਕੰਮ ਕਰਵਾਇਆ। ਤੇ ਹੁਣ 5 ਮਰਲੇ, ਮੇਰਾ 1 ਕਰੋੜ ਰੁਪਏ ਦੀ, ਹੁਣ ਕਰੋੜ ਥੋੜਾ ਹੈ, ਉਦੋਂ ਕਰੋੜ ਜਦੋਂ 5 ਕਰੋੜ ਆਕੂ ਸੀ। ਅੱਜ ਤੋਂ ਕੋਈ 5 ਸਾਲ ਪਹਿਲੇ ਉਹਨੇ ਇਸ ਰੋਡ ਤੇ ਉਹਨੇ ਜ਼ਮੀਨ ਲੈ ਕੇ, ਤੇ ਉਹਨੂੰ ਉਹਦੇ 5 ਮਰਲੇ ਬਣਾ ਕੇ, ਤੇ ਆਪਣਾ ਉੱਥੇ ਪਲਾਜ਼ਾ ਬਣਾ ਕੇ ਉੱਥੇ ਦਿੱਤਾ। ਆਪਣੀ ਰਿਹਾਇਸ਼ ਉਹਨੇ ਅੱਛੀ ਸੁਸਾਇਟੀ ਦੇ ਵਿੱਚ, ਅੱਛੀ ਸੁਸਾਇਟੀ ਜਿਹੜੀ ਸਾਡੇ ਏਰੀਏ 'ਚ ਅੱਛੀ ਸੁਸਾਇਟੀ, ਉੱਥੇ ਉਹਨੇ ਆਪਣੀ ਰਿਹਾਇਸ਼ ਕੀਤੀ ਹੈ। ਵੈਰੀ ਗੁੱਡ, ਮਾਸ਼ਾਅੱਲਾ ਮਾਸ਼ਾਅੱਲਾ, ਅੱਛਾ ਲੱਗਦਾ। ਨਹੀਂ ਮਾਸ਼ਾਅੱਲਾ, ਬਹੁਤ ਅੱਛਾ। ਅੱਲਾਹ ਪਾਕ ਨੇ ਅਗਰ ਬਾਹ ਫੜੀ ਨਾ, ਤਾਂ ਉਹਦੀ ਫੜੀ ਹੈ। ਸ਼ੁਕਰ ਹੈ ਅਲਹਮਦੁਲਿल्लाह। ਹਾਂਜੀ, ਬੜਾ ਅੱਛਾ ਲੱਗਦਾ ਜਿੰਨੇ ਵੀ ਦੋਸਤ, ਮਤਲਬ ਪੂਰੀ ਇੱਕ ਫਿਲਮ ਤਕਰੀਬਨ ਕਹਿੰਦੇ 30-35 ਸਾਲ ਪਿੱਛੇ ਫਿਲਮ ਜਾਂਦੀ ਹੈ, तो ਹੁੰਦਾ ਇੱਕ ਸਫ਼ਰ ਪੂਰਾ ਨਾ ਤੈਅ ਕਰਨਾ 20 ਸਾਲ ਤੋਂ। ਉਹਦੀ ਸ਼ਾਦੀ ਕਿੱਧਰ ਹੋਈ ਹੈ ਉਹ ਦੱਸਾਂ ਜੀ? ਮੀਆਂ ਅਬਾਸ ਦੇਖਿਆ ਸੀ? ਮੀਆਂ ਅਬਾਸ ਉਹ ਜਿੰਦਾ
ਕਿੱਥੇ ਘਰ ਇਹਨਾਂ ਦਾ? ਘਰ ਹੈਗਾ ਸੀ ਬਹੂ ਦੀ ਦੁਕਾਨ ਦੇ ਅੰਦਰ ਬਾਹਰ, ਜਿੱਥੇ ਸ਼ੌਕਤ ਦਰਜੀ ਵੀ ਸੀ। ਨਹੀਂ, ਦੁਬਾਰਾ ਨਾਮ ਬੋਲੋ। ਦੀਨ ਦਾ ਮੁੰਡਾ ਇਹਨਾਂ ਦੀ ਖਾਲਾ ਹੀ ਲੱਗਦੀ ਏ। ਨਹੀਂ ਹਾਂਜੀ ਚਾਚਾ ਦੀਨ ਜਿਹੜਾ ਇੱਕ ਮਿੰਟ ਹਾਂ ਦੀਨ, ਹਾਂ ਚਾਚਾ ਦੀਨ ਨਾ ਉਹਨਾਂ ਹਾਂ ਉਹਦਾ ਵੱਡਾ ਬੇਟਾ ਜਿਹੜਾ ਹੈ। ਨਹੀਂ ਚਾਚਾ ਦੀਨ ਦੇ ਘਰ ਸ਼ਾਦੀ ਹੋਈ ਇਹਨਾਂ ਦੀ। ਹਾਂ ਉਹਦੇ ਚਾਚੀ ਦੀਨ ਦੀ ਪੋਤਰੀ ਨਾਲ, ਦੀਨ ਚਮਕੂ, ਜਿਹਦਾ ਨਾਂ ਦੀਨ ਚਮਕੂ ਕਹਿੰਦੇ ਸਨ। ਸਹੀ ਮੈਨੂੰ ਯਾਦ ਨਹੀਂ ਹੈ, ਲੇਕਿਨ ਮੈਨੂੰ ਲੱਗਦਾ ਕਿ ਇਹ ਹੈਗਾ ਜੀ, ਤੁਸੀਂ ਜਾ ਰਹੇ ਹੋ ਨਾ ਮਸਜਿਦ ਵਾਲੀ ਸਾਈਡ ਤੇ ਜਾ ਰਹੇ ਹੋ। ਜਿਹਨੂੰ ਪਤਨ ਆਉਂਦੇ ਨੇ। ਮੈਂ ਸਮਝ ਗਿਆ ਤੇ ਪਤਨ ਦੀ ਬੇਟੀ ਨਾਲ। ਅਗਰ ਤੁਸੀਂ, ਮੈਂ ਸਮਝ ਗਿਆ ਬਿਲਕੁਲ ਸਹੀ। ਮਿਸਾਲ ਤੌਰ ਤੇ ਤੁਸੀਂ ਸ਼ਕੀਲੇ ਦੁਕਾਨ ਤੋਂ ਰਾਈਟ ਕਰੋਗੇ ਤਾਂ ਮਸਜਿਦ ਜਾਓਗੇ, ਤੇ ਲੈਫਟ ਛੋਟੀ ਪਤਲੀ ਗਲੀ ਜਾਓਗੇ ਤਾਂ ਉਹਨਾਂ ਦਾ ਘਰ। ਕੀ ਗਲੀ? ਜੀ ਬਿਲਕੁਲ ਉਹੋ ਹੀ ਘਰ। ਉਧਰਾਂ ਦੀ ਸ਼ਾਦੀ ਹੋਈ ਤੇ ਉਸ ਤੋਂ ਅਗਾਂਹ ਚਲੇ ਜੋ, ਇਸੋ ਗਲੀ ਬਾਹਰ ਨਿਕਲਦੀ ਸੀ। ਇਹੋ ਗਲੀ ਸਾਡੇ ਘਰ ਉਧਰ ਬਾਹਰ ਨੂੰ ਨਿਕਲ ਜਾਂਦੀ ਸੀ, ਕਿਸੇ ਦੇ ਘਰਾਂ, 2-3 ਘਰਾਂ ਦੇ ਵਿੱਚੋਂ ਹੋ ਕੇ। ਹਾਂਜੀ ਇੱਕ ਸਾਡੇ ਨਾਲ ਇਸ਼ਫਾਕ ਨਾਂ ਦਾ ਲੜਕਾ ਸੀ, ਇੱਕ ਇਸ਼ਫਾਕ ਨਾਂ ਦਾ ਲੜਕਾ, ਇੱਕ ਨਾਂ, ਅੱਛਾ ਇੱਕ ਹੋਰ ਦੱਸਨੇ ਆ ਤੁਹਾਨੂੰ ਮਜ਼ੇ। ਇੱਕ ਦਾ ਨਾਂ ਸੀ ਇਖਲਾਕ, ਉਹ ਇਖਲਾਕ ਸਾਡੇ ਨਾਲ ਪੜਦਾ ਸੀ। ਉਹਨੂੰ ਉਂਝ ਕਹਿੰਦੇ ਸੀ ਪਸਰ। ਹਾਂਜੀ ਤੇ ਨਾਲੇ ਉਹਨੂੰ ਡੰਡਾ ਚੁੱਕ ਕੇ ਵਹਾ ਕੇ ਜਾਂ ਕੋਈ ਚਪੇੜ ਮਾਰ ਕੇ ਤੇ ਕੰਧ ਨਾਲ ਘਸਰ, ਤੇ ਉਹ ਦੂਰ ਤੱਕ ਵਿਚਾਰਾ ਘਸਰਦਾ ਸੀ। ਅੱਛਾ ਇਹਨਾਂ ਦੀ ਇੱਕ ਗਲੀ ਹੈਗੀ ਹੈ ਸ਼ਕੀਲੇ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਕੱਚੀ। ਜੀ ਬਿਲਕੁਲ ਦਰੀ ਜਾ ਕੇ ਫਿਰ ਉਸੇ ਸਾਈਡ ਤੇ ਨਿਕਲਦੀ ਹੈ ਜਿਹੜੀ ਤੁਹਾਡੀ ਸਾਈਡ ਪਿੱਛੇ ਲੱਗਦੀ ਬਾਗ ਵਾਲੀ ਜੀ। ਸਾਈਡ। ਬਿਲਕੁਲ ਸਾਡੇ ਘਰ ਉਹੀ ਜਾ ਕੇ ਸਾਡੇ ਘਰ ਜਾ ਕੇ ਨਿਕਲਦੀ ਐਂਡ ਤੇ। ਇਧਰ ਇੱਕ ਚਾਚੀ ਹੁੰਦੀ ਜਿਹੜੀ ਸਿਗਰਟ ਪੀਂਦੀ ਸੀ। ਸਹੀ ਬਿਲਕੁਲ ਸਹੀ, ਸਮਝ ਗਏ ਹੋ? ਬਸ ਗੱਲ ਕਰ ਥੋੜਾ ਚੀਜ਼ਾਂ ਕਨੈਕਟ ਹੋ ਰਹੀਆਂ ਨੇ। ਬਿਲਕੁਲ ਸਹੀ। ਮਾਸ਼ਾਅੱਲਾ ਕਿਤੇ ਬਚਪਨ ਚ ਲੈ ਕੇ ਤੁਸੀਂ। ਹਾਂਜੀ ਕੀ ਬਾਤ ਹੈ। ਮਸਜਿਦ ਤੋਂ ਲੈ ਕੇ ਫਿਰ ਆਪਣਾ ਅਤੇ ਸ਼ਕੀਲੇ ਦੁਕਾਨ ਦੇ ਸਾਹਮਣੇ ਉਹਨਾਂ ਦੇ ਵਾਲੇ ਸਾਹਿਬ ਨੇ ਕੀ ਆਪਣਾ ਖੋਜਾ ਬਹੁ ਖੋਜਾ ਹਾਂਜੀ, ਉਹਨਾਂ ਲਾਣੇ ਕਰਨੇ ਨਾਨ ਪਕੌੜੇ ਲਾਣੇ ਕਰਨੇ। ਤੇ ਅਸੀਂ ਕਦੀ ਕਹਿਣਾ ਕਿ ਤੁਸੀਂ ਸਾਰੀ ਖਰਾਬ ਸਬਜ਼ੀਆਂ ਦੇ ਪਕੌੜੇ ਬਣਾ ਦਿੰਦੇ ਹੋ। ਉਹਨੇ ਮੇਰਾ ਖਿਆਲ ਕੋਈ ਕਿਸੇ ਕਿਸਮ ਦੀ ਸਬਜ਼ੀ ਜਿਹੜੀ ਨਹੀਂ ਛੱਡਣੀ, ਉਹਨੇ ਵੀ ਚੀਰ ਦੇਣੀ। ਤੇ ਦੇਖੋ ਆਪਣਾ ਹੱਲਾ ਆਪਣਾ ਬਦਮਾਸ਼ੀ ਚੈੱਕ ਕਰੋ ਕਿ ਸਭ ਦੇ ਸਾਹਮਣੇ ਬਹਿ ਕੇ ਕਰਕੇ ਤੇ ਉਹਨਾਂ ਬਣਾ ਕੇ ਖਵਾ ਵੀ ਦੇਣੇ ਲੋਕਾਂ ਨੂੰ। ਨਹੀਂ ਇੱਕ ਹੋਰ ਤੁਹਾਨੂੰ ਸੁਣਾਣਾ ਹੈ, ਹੋਰ ਅਮਜਦ ਭਾਈ, ਇੱਕ ਹੋਰ ਮਜ਼ੇਦਾਰ। ਅੱਛਾ, ਉਹਨੇ ਤਾਕ ਇੰਜ ਚੈੱਕ ਕਰਨਾ ਆਪਣੇ ਪਸੀਨੇ ਨਾਲ। ਉਹਨੇ ਨਾ ਕਿਸੇ ਕੋਈ ਝੱਕਣਾ, ਨਾ ਕੋਈ ਗੱਲ, ਨਾ ਕੋਈ ਬਾਤ। ਉਹਨੇ ਇੰਜ ਪਸੀਨਾ ਵੇਖਣਾ ਤਾਂ ਕਿੰਨਾ ਕੁ। ਓਏ ਹੋਏ ਐਸੇ ਕਰਕੇ ਇੰਜ ਕਰਕੇ। ਆਹੋ। ਅੱਛਾ ਉਹ ਅਸਲ ਚ ਨਾ ਉਹ ਵੀ ਮਸਜਿਦ ਨਮਾਜ਼ ਪੜ੍ਹਨ ਜਾਂਦੇ ਸਨ ਤੇ ਉਹਨਾਂ ਦੀ ਵੀ ਉਹ ਇੱਕ ਜਿਹੜਾ ਕਹਿੰਦੇ ਨੇ ਮਸਜਿਦ ਦੇ ਬਦਮਾਸ਼ ਨਹੀਂ ਹੁੰਦੇ ਜਿਹਨਾਂ ਦੀ ਚੱਲਦੀ ਕਾਰੀ ਸਾਹਿਬ ਤੇ ਇਹਨਾਂ ਦੇ ਜ਼ਿਆਦਾ ਸਾਰਿਆਂ ਦੀ ਚੱਲਦੀ ਸੀ। ਇਹ ਸਾਰੇ ਉਹ ਭਲਵਾਨ ਹੈਗੇ ਸਨ, ਸਾਰੇ 2-4 ਲੋਕ ਸਨ। ਤੇ ਨਹੀਂ, ਇਹਦੇ ਨਾਲ ਜ਼ਿਆਦਾ ਚੱਲਦੀ ਸੀ। ਜਿਹੜੀ ਚੱਲਦੀ ਸੀ ਉਹ ਚੱਲਦੀ ਸੀ, ਇੱਕ ਤੇ ਸ਼ੇਰ ਜਾਂਦਾ, ਸ਼ੇਰ ਘੱਟ ਵੱਧ ਜਾਂਦਾ ਸੀ ਤੇ ਜ਼ਿਆਦਾ ਜਾਂਦਾ ਸ਼ੇਰ ਦਾ। ਇੱਕ ਮੱਖਣ ਦਾ ਹੈਗਾ ਸੀ, ਇੱਕ ਬਾਬਾ ਮੱਖਣ ਹੁੰਦਾ ਸੀ। ਹਾਂਜੀ ਯਾਦ ਬਿਲਕੁਲ। ਤੇ ਇਹ ਜਿਹੜਾ ਸੀ ਨਾ ਕੀ ਰਾਣੀਆਂ ਦਾ ਇੱਕ ਹੁੰਦਾ ਸੀ ਜੱਗਾ ਹਾਜੀ ਜੱਗਾ ਜਿਹਨੇ ਬੜਾ ਵਾਧੇ ਘਾਟੇ ਲੋਕਾਂ ਦੇ ਪੈਸਿਆਂ ਨਾਲ ਕੀਤੇ ਸੀ, ਬਾਹਰ ਦੇ ਚੱਕਰ ਚ ਗਿਆ ਸੀ। ਅੱਛਾ ਜੱਗਾ ਸੀ ਤੇ ਉਹਦੇ ਪਿਓ ਦਾ ਨਾਂ ਸੀ ਰਫੀਕ। ਬਾਬਰ ਸਾਡੇ ਨਾਲ ਪੜਦਾ, ਬਾਬਰ ਦਾ ਦਾਦਾ ਸੀ ਰਫੀਕ। ਸਹੀ। ਅੱਛਾ ਅਸਲਮ ਸੀ, ਬਾਬਰ ਸੀ। ਇਹ ਮਸਜਿਦ ਜਾਂਦੇ ਹੋਏ ਰਸਤੇ ਚ ਸੱਜੇ ਪਾਸੇ ਘਰ ਆਉਂਦਾ ਇਹਨਾਂ ਦੇ। ਜੀ ਬਿਲਕੁਲ, ਸ਼ਬਾਜ਼ਾਰਾਂ ਤੋਂ ਪਹਿਲੇ ਹੀ ਆ ਜਾਂਦਾ ਸੀ। ਸੱਜੇ ਪਾਸੇ ਆਉਂਦਾ। ਸਾਡੀ ਗਲੀ ਮੁੜਨ ਤੋਂ ਪਹਿਲੇ ਨਾ ਇਹ ਸਾਈਡ ਤੇ ਸੀ। ਹਾਂਜੀ, ਤੁਹਾਡੀ ਗਲੀ ਦੇ ਬਿਲਕੁਲ ਸਾਹਮਣੇ, ਸਮਝੋ ਕਿ ਇਹਨਾਂ ਦਾ ਗੇਟ ਸੀ ਤਕਰੀਬਨ। ਹਾਂਜੀ ਬਿਲਕੁਲ ਉੱਥੇ ਉਹ ਰਫੀਕ ਸੀ। ਤੇ ਉਹ ਰਫੀਕ ਜਿਹੜਾ ਸੀ ਨਾ, ਉਹ ਮਸਜਿਦ ਦੇ ਵਿੱਚ ਚੌਧਰੀ ਉਹੀ ਹੁੰਦਾ ਸੀ। ਪੈਸਾ ਆਇਆ ਸੀ, ਅੱਲਾ ਨੇ ਬੜਾ ਦਿੱਤਾ ਤੇ ਸੰਭਾਲਿਆ ਗਿਆ ਨਾ ਪੁੱਤਰ ਜਾ ਲਗਾਇਆ। ਜਹਾਜ਼ ਦੇ ਵਿੱਚ ਉਸ ਵਕਤ ਦਾ ਲੋਕਾਂ ਲਈ ਆਂਦਾ ਸੀ ਤੇ ਉਹਨਾਂ ਨੂੰ ਤੇ ਸੈੱਟ ਕਰ ਆਉਂਦਾ ਸੀ ਤੇ ਆਪ ਸਿਰਫ ਵਿਸਕੀ ਪੀਣੀ ਤੇ ਜਹਾਜ਼ ਦੇ ਵਿੱਚ ਸਿਰਫ ਫੇਰ ਟੁਰ ਕੇ 2-4 ਮੁਲਕ ਤੇ ਆ ਜਾਣਾ। ਤੇ ਉਹਨੇ ਲੋਕਾਂ ਨੂੰ ਏਜੰਟ ਬਣਿਆ ਸੀ ਤੇ ਪੈਸਾ ਉਹਨੇ ਉਹ ਕਮਾਇਆ। ਫਿਰ ਜੇਲ੍ਹ ਵੀ ਕੱਟੀ ਉਹਨੇ। ਜਦੋਂ ਦਾ ਰਫੀਕ ਮਰਿਆ ਸੀ, ਉਹਨੂੰ ਹੱਥ ਕੜੀਆਂ ਲੱਗੀਆਂ ਸੀ ਤੇ ਉਹਨੂੰ ਲਿਆ ਸੀ ਜਨਾਜ਼ਾ ਵਹਾਉਣ ਵਾਸਤੇ।
ਇਹ ਫਿਰ ਉਹਨੂੰ ਪੱਪੂ ਨੂੰ ਵੀ ਇਹੀ ਲੈ ਕੇ ਗਿਆ ਸੀ। ਪੱਪੂ ਨੂੰ ਇਹੋ ਹੀ ਲਗਿਆ। ਪੱਪੂ ਮੇਰੇ ਚਾਚੇ ਦਾ ਪੁੱਤਰ ਸੀ, ਮੇਰੇ ਤਾਏ ਦਾ ਬੇਟਾ ਹੈ। ਪੱਪੂ ਨੂੰ, ਪੱਪੂ ਦੇ ਵੱਡੇ ਭਰਾ ਨੂੰ, ਪੱਪੂ ਦੇ ਛੋਟੇ ਭਰਾ ਨੂੰ, ਪੱਪੂ ਦੇ ਭਣਵਈਏ ਨੂੰ, ਅੱਗੋਂ ਮੇਰਾ ਤਾਏ ਦਾ ਦੂਸਰੇ ਜਿਹੜੇ ਉਹ ਹੈਗਾ ਸੀ ਹਾਜੀ ਤਫੈਰ, ਹਾਜੀ ਆਸ਼ਿਕ ਦੇ ਬੱਚਿਆਂ ਨੂੰ, ਖਾਦਮ ਸੀ, ਬਾਬਰ ਸੀ। ਬਾਬਰਾ ਜਿਹੜਾ ਹਾਜੀ ਮੀਨ ਦਾ ਬੇਟਾ ਬਣਿਆ ਸੀ, ਜਿਹੜਾ ਹਾਜੀ ਮੀਨ ਦੇ ਪਰਚੂਨ ਦੇ ਸਟੋਰ ਤੇ ਲੱਗਾ ਸੀ। ਹਾਜੀ ਮੀਨ ਨੇ ਸਟੋਰ ਬਣਾਇਆ ਸੀ ਜਿੱਥੇ ਕਬਰਸਤਾਨ ਹੈ, ਜਿੱਥੇ ਕਬਰਸਤਾਨ ਹੈ, ਕਬਰਸਤਾਨ ਦੇ ਵਿੱਚ ਹਾਜੀ ਮੀਨ ਨੇ ਸਟੋਰ ਬਣਾਇਆ ਸੀ ਇੱਕ। ਹਾਂਜੀ, ਮੇਨ ਰੋਡ ਦੇ ਉੱਤੇ ਉਹ ਆਪਣਾ ਜੋ ਜਾਂਦੀ ਸੀ ਨਾ, ਉਹ ਸੜਕ ਜਾਂਦੀ ਸੀ, ਸੜਕ ਤੋਂ ਪਹਿਲੇ ਸੱਜੇ ਪਾਸੇ। ਹਾਂਜੀ ਬਿਲਕੁਲ ਬਿਲਕੁਲ, ਸ਼ਾਮਾਂ ਦੀ ਦੁਕਾਨਾਂ ਦੇ ਨਾਲ। ਹਾਂਜੀ ਬਿਲਕੁਲ, ਉੱਥੇ ਸਟੋਰ ਬਣਿਆ ਸੀ। ਤੇ ਉਹ ਬਾਬਰਾ ਸੀ ਮੇਰੇ ਤਾਏ ਦਾ ਪੁੱਤਰ, ਮਾਮੇ ਦੇ ਘਰ ਚਲਾ ਗਿਆ ਸੀ ਤੇ ਉਹ ਫਿਰ ਵਾਪਸ ਉਧਰ ਆ ਗਿਆ ਤੇ ਉਹਨੂੰ ਵੀ ਬਾਹਰ ਲੈ ਗਏ ਸਨ। ਤੇ ਇਹ ਸਾਰਿਆਂ ਨੂੰ ਉਹ ਹੀ ਲਗਿਆ ਸੀ। ਅਕਬਰ ਨੂੰ ਵੀ ਉਹ ਲਗਿਆ ਸੀ, ਅਕਬਰ ਨੂੰ ਵੀ ਉਹੀ ਲਗਿਆ ਸੀ। ਤੇ ਉਸ ਤੋਂ ਬਾਅਦ ਲਿਆਕਤ ਹੈ ਜਿਹੜਾ ਜੁਫਨਾਰਾਂ ਦਾ ਭਰਾ ਸੀ, ਲਿਆਕਤ ਸ਼ੇਰੂ ਦਾ, ਮਲਕ ਹੈਦਰ ਦਾ ਬੇਟਾ, ਜੁਫਨ ਮੁੱਛਾਂ ਵਾਲਾ ਮਲਕ ਹੈਦਰ ਸੀ ਨਾ, ਜਿਨ੍ਹਾਂ ਦੀ ਫਰੂਟ ਵਾਲੀ ਦੁਕਾਨ ਸੀ, ਜਿਹੜੀ ਮੇਨ ਦੇ ਉੱਤੇ ਫਰੂਟ ਵਾਲੀ ਦੁਕਾਨ ਸੀ, ਹੱਥ ਹੀ ਅੰਗੂਠੀਆਂ ਪਾ ਕੇ ਤੇ ਰੱਖਦਾ ਸੀ। ਨਹੀਂ ਮੈਨੂੰ ਯਾਦ ਆ ਰਿਹਾ, ਲੇਕਿਨ ਉਹ ਬਦਾਰੀ ਕਰ ਹੋਏਗੀ ਜਿੱਥੇ ਸ਼ਾਮਾ ਅਮਜਦ ਭਾਈ ਬਾਬਰ ਦੇ ਘਰ ਦੇ, ਸ਼ਬਾਜ਼ ਦੇ ਘਰ ਦੇ ਤੇ ਅਮਜਦ ਦੇ ਘਰ ਦੇ ਬਿਲਕੁਲ ਸੈਂਟਰ 'ਚ। ਸਹੀ ਸ਼ਬਾਜ਼ ਦੇ ਘਰ ਦੇ ਨਾਲ ਨਹੀਂ ਸੀ ਘਰ ਮਲਕ ਜ਼ੁਲਫਕਾਰ ਦਾ, ਜੁਫਨ ਜਿਹਨਾਂ ਦੇ ਜ਼ੁਲਫਕਾਰ ਮੁੱਛਾਂ ਵਾਲੇ ਜਿਹੜੇ ਪਠਾਣਾ ਦੇ ਘਰ ਤੋਂ ਪਹਿਲੇ ਸੱਜੇ ਪਾਸੇ। ਜੀ ਬਿਲਕੁਲ ਹੋਈ, ਪਠਾਣਾ ਦੇ ਘਰਾਂ ਤੋਂ ਕਾਫੀ ਪਹਿਲੇ। ਸਮਝ ਗਿਆ। ਵੱਡੀਆਂ ਮੁੱਛਾਂ ਵਾਲੇ ਤੇ ਉਹ ਚੋਰੀ ਜ਼ੁਲਫਕਾਰ, ਉਹਨਾਂ ਦਾ ਭਰਾ ਇੱਕ ਲਿਆਕਤ ਹੁੰਦਾ ਸੀ, ਉਹ ਵੀ ਇਹਨਾਂ ਦੇ ਰਾਹੀਂ ਬਾਹਰ ਗਿਆ ਸੀ। ਕੋਰੀਆ ਜ਼ਿਆਦਾ ਕੋਰੀ ਹੀ ਰਹੇ ਨੇ। ਅਮਜਦ ਭਾਈ ਆਈ ਤੇ ਬੜਾ ਅੱਛਾ ਟਾਈਮ ਪਾਸ ਹੋ ਗਿਆ। ਨਹੀਂ, ਬੜਾ ਅੱਛਾ ਲੱਗਿਆ ਮੈਨੂੰ ਆਨੈਸਟਲੀ। ਮੈਨੂੰ ਇਹ ਚੀਜ਼ਾਂ ਆਪਣਾ ਵਾਪਸ 30-35 ਸਾਲ ਪਿੱਛੇ ਜਾਣਾ, ਜਾ ਕੇ ਸਾਰੀ ਚੀਜ਼ਾਂ ਸਫਰ ਕਰਨਾ, ਡਿਸਕਸ ਕਰਨਾ, ਵਾਕਈ ਮਤਲਬ ਯਾਦ ਤਾਜ਼ਾ ਹੋ ਜਾਂਦੀ, ਖੁਸ਼ੀ ਹੁੰਦੀ ਹੈ ਕਿ ਅੱਲਾਹ ਤਾਲਾ ਨੇ ਇੱਕ ਸਫਰ ਕਰਾਇਆ। ਅਮਜਦ ਭਾਈ ਇੱਕ ਹੋਰ ਸਟੋਰੀ ਸੁਣਾਵਾਂ। ਇੱਕ ਸਾਡੇ ਪਿੰਡ ਹੀ ਗੈਸ ਲੱਗੀ ਸੀ, ਹਾਂਜੀ ਗੈਸ ਵਾਲਾ ਘਰ। ਅਮਜਦ ਭਾਈ ਉਹ ਨਾ ਮੈਂ ਮਿਲਾਦ ਕਰਵਾਉਂਦਾ ਸੀ ਤੇ ਮੈਂ ਤਕਰੀਬਨ 12-13 ਸਾਲ ਉਹਦੀ ਮਿਲਾਦ ਕਰਾਈ। ਹੋ ਸਕਦਾ ਤੁਸੀਂ ਮਿਲਾਦ ਵੀ ਦੇਖੇ ਹੋਵੇ ਕੋਈ। ਹਾਂਜੀ ਦੇਖੇ ਉਹਨੂੰ। ਹਾਂ, ਮੈਂ ਇਕੱਲਾ ਹੀ ਮਿਲਾਦ ਕਰਾਉਂਦਾ ਸੀ ਉੱਥੇ। ਤੇ ਬਸ ਹੁਣ ਹੀ ਕੋਈ 2-3 ਸਾਲ ਹੋਏ ਨਹੀਂ ਕਰਾਈ। ਮੈਂ ਇੱਥੋਂ ਛੁੱਟੀ ਵੀ ਜਾ ਕੇ ਕਰਵਾਉਂਦਾ ਸਾਂ। ਸਹੀ। ਇਹ ਤੋਂ 10 ਦਿਨ ਛੁੱਟੀ 15 ਦਿਨ ਵਾਸਤੇ ਗਿਆ ਤੇ ਫਿਰ ਵੀ ਮਿਲਾਦ ਕਰਵਾ ਕੇ ਆਇਆ। ਵੈਰੀ ਗੁੱਡ। ਸ਼ਹਜ਼ਾਦ ਵਗੈਰਾ ਵੀ ਕਰਦੇ ਰਹੇ ਨੇ ਕਾਫੀ ਕੁਝ, ਜਾ ਕੇ ਮੈਚਸ ਵਗੈਰਾ ਕਰਵਾਉਣਾ। ਜੋ ਵੀ ਕਰਦਾ ਰਿਹਾ ਮੇਰੇ ਰਾਹੀਂ ਕਰਦਾ ਰਿਹਾ। ਅਗਰ ਜਿਹੜਾ ਮੌਲਵੀ ਕਰਨਾ ਹੈ ਮੈਂ ਹੀ ਕਰਦਾ ਰਿਹਾ। ਓਕੇ। ਸਹੀ। ਨਹੀਂ ਅੱਛਾ, ਲੇਕਿਨ ਮੈਨੂੰ ਪਤਾ ਚੱਲਿਆ ਜਿੱਦਾਂ ਦੱਸ ਰਹੇ ਸੀ ਕਿ ਉੱਥੇ ਲੋਕਾਂ ਨੂੰ ਇਕੱਠੇ ਕਰਕੇ ਮੈਚ ਕਰਾਉਣਾ, ਇਨਾਮ ਵਗੈਰਾ ਦੇਣੇ, ਕੁਝ ਖਾਣਾ ਵਾਣਾ ਬੰਦੋਬਸਤ ਕਰਨਾ, ਮੈਨੂੰ ਅੱਛਾ ਲੱਗਾ। ਮੈਂ ਕਿਹਾ ਯਾਰ ਬੜੀ ਅੱਛੀ ਚੀਜ਼ ਹੈ। ਅਮਜਦ ਭਾਈ ਇੱਕ ਨਾ, ਚਲੋ ਇਹ ਤੇ ਪਰਸਨਲ ਇਹ ਗੱਲ ਨਹੀਂ ਕਰਨ ਵਾਲੀ, ਕਿਉਂਕਿ ਕਿਸੇ ਮਜ਼ਹਬ ਤੇ ਹਟ ਕੇ ਚੱਲਦੀ ਹੈ ਤੇ ਬੰਦਾ ਵੈਸੇ ਗੱਲ ਕਰਾਂਗੇ ਤੇ ਕਰਾਂਗੇ। ਅਸੀਂ ਇਸ ਤਰ੍ਹਾਂ ਨਾ ਮੁਹਰਮਾਂ ਦੇ ਵਿੱਚ ਅਸੀਂ ਪ੍ਰੋਗਰਾਮ ਬਣਾਇਆ ਕਿ ਆਪਣਾ ਲਹਿਦਾ ਪ੍ਰੋਗਰਾਮ ਕਰੀਏ। ਇਹਦੇ ਬਾਰੇ ਕਿਸੇ ਮੌਕਾ ਬਣਿਆ ਤੇ ਤੁਹਾਨੂੰ ਦੱਸਾਂਗੇ। ਇਹ ਬੜੀ ਲੰਮੀ ਥੋੜੀ ਸਟੋਰੀ ਹੈਗੀ ਸੀ। ਸਰਦਾਰ ਨੇ ਤੇ ਮੈਂ ਯਕਦਮ ਬੈਠ ਕੇ ਕੀਤੀ। ਹਾਂਜੀ ਸਹੀ। ਕਿਉਂਕਿ ਕਿਸੇ ਦਾ ਕੀਦੇ ਤੇ ਹਟ ਕੇ ਚੱਲਦੀ ਅੱਛਾ ਨਹੀਂ। ਨਹੀਂ ਕੋਈ ਨਹੀਂ। ਇਨਸ਼ਾਅੱਲਾ ਆਪਣਾ ਪਰਸਨਲ ਗੱਲ ਕਰਾਂਗੇ, ਆਪਣਾ WhatsApp ਤੇ ਗੱਲ ਕਰਾਂਗੇ ਜਾਂ ਫੋਨ ਕਰਾਂਗੇ, ਫੋਨ ਤੇ ਗੱਲ ਕਰਾਂਗੇ ਇਨਸ਼ਾਅੱਲਾ। ਠੀਕ ਹੈ, ਮਿਹਰਬਾਨੀ। ਚਲੋ ਬਹੁਤ ਥੈਂਕ ਯੂ ਸੋ ਮਚ, ਜਜ਼ਾਕल्लाह, खुश रहे अल्लाह ताला। ओके, अल्लाह हाफिज़। ओके, शुक्रिया, अल्लाह हाफिज़। जी अल्लाह हाफिज़।